ਵਾਹਿਗੁਰੂ ਸਾਹਿਬ ਜੀ। ਸ੍ਰੀ ਗੁਰੂ ਨਾਨਕ ਪਾਦ ਪੰਕਜ ਬੰਦਨ ਪਾਦ ਸਿਮਰੋ ਅੰਗਦ ਦੁਖ ਸ਼੍ਰੀ ਅਮਰਦਾਸ ਹਿਰਦੈ ਨਿਤ ਧਿਆਵੋ ਸ਼੍ਰੀ ਰਾਮਦਾਸ ਗੁਣ ਸ਼੍ਰੀ ਅਰਜਨ ਬਿਗਨ ਨਾਨਕ ਨਾਸਕ ਬਿਗਨ ਸ਼੍ਰੀ ਹਰਿ ਗੋਬਿੰਦ ਸ਼ੁਭ ਸੁਮਤ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਤੇਗ ਬਹਾਦਰ ਪਰਮ ਕਿਰਪਾਲ ਜੀ ਪਰਮ ਸ਼੍ਰੀ ਗੁਰੂ ਗੋਬਿੰਦ ਸਿੰਘ ਤਰਾ ਤਰਾ ਪਰ ਪਨ ਪਨ ਸੇ ਸਜੇ ਸੀਸਾ ਬੰਦਾ ਬਾਰ ਬਾਰ ਜਗਦੀਸਾ ਏਕ ਓੰਕਾਰ ਸਤਿਗੁਰੂ ਤਹਿ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ ਬਿਗਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ ਬਿਗਨ ਬਿਨਾਸਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਨਿਸ਼ਾਨੀ ਚੰਦ ਚਲੇ ਪੰਥ ਸ਼ੁਭ ਸ਼ਗਨ ਤੇ ਸ਼ੁਭ ਬਈ ਸਮੀਰਾ। ਪਰਖਤ ਹਰਖਤ ਚਿੱਤ ਮੈਂ ਹੋਏ ਕਾਜ ਗਹੀਰਾ। ਸਨੇ ਸਨੇ ਮਾਰਗ ਚਲੇ ਪਿਕ ਗ੍ਰਾਮ ਖਡੂਰਾ। ਬੀਬੀ ਅਮਰੋ ਤਬ ਕਹਿਓ ਪਿਤ ਸਤਿਗੁਰ ਪੂਰਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇਗ ਬਹਾਦਰ ਸਿਮਰਿਐ ਘਰ ਨਾਉ ਨਿਧ ਆਵੈ ਧਾਏ। ਸਭ ਥਾਈ ਹੋਏ ਸਹਾਈ। ਐਸੇ ਦੀਨ ਦਇਆਲ ਪਾਤਸ਼ਾਹ ਪਰਉਪਕਾਰੀ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਤਿਗੁਰਾਂ ਜੀ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ ਵਿਖੇ ਚਾਵਰ ਛਤਰ ਤਖਤ ਦੇ ਮਾਲਕ ਸ਼ਬਦਾ ਅਵਤਾਰ 10 ਪਾਤਸ਼ਾਹੀयों के आत्मक स्वरूप हाजरा हजूर जहरा जहूर सर्व कला भरपूर
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਪਿਛਲੇ ਪੈਰ ਦੇ ਸਜੇ ਹੋਏ ਸੁੰਦਰ ਸੱਚਖੰਡ ਦੀ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੇ, ਗੁਰੂ ਸਵਾਰੇ, ਗੁਰੂ ਖਾਲਸਾ ਸਤ ਸੰਗਤ ਜੀਓ, ਵਡਭਾਗੇ ਹੋ ਜੋ ਆਪ ਜੀ ਨਿਤਾ ਪ੍ਰਤ ਗੁਰ ਚਰਣਾ ਦੇ ਵਿੱਚ ਜੁੜ ਕਰਕੇ ਅੰਮ੍ਰਿਤ ਬਾਣੀ ਹਰ ਹਰ ਤੇਰੇ ਸੁਨ ਸੁਨ ਹੋਵੇ ਪਰਮਗਤ ਮੇਰੇ, ਜਾਲਨ ਬੁਝੇ ਸੀਤਲ ਹੋਏ ਮਨਵਾ ਸਤਿਗੁਰ ਕਾ ਦਰਸ਼ਨ ਪਾਏ ਜੀਓ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਦਰਸ਼ਨ ਕਰਦਿਆਂ ਅੰਮ੍ਰਿਤ ਬਾਣੀ ਨੂੰ ਸਰਵਨ ਕਰਕੇ ਚੱਲ ਰਹੀ ਲੜੀਵਾਰ ਗੁਰ ਇਤਿਹਾਸ ਦੀ ਵਿਚਾਰ ਨੂੰ ਸਰਵਨ ਕਰਕੇ ਜੀਵਨ ਔਰ ਸਵਾਸਾਂ ਨੂੰ ਸਫਲਿਆਂ ਬਣਾਉਣ ਦਾ ਯਤਨ ਕਰਦੇ ਹੋ। ਬੜੇ ਪ੍ਰੇਮ ਸਹਿਤ ਆਪ ਜੀ ਗੁਰੂ ਕੇ ਕੀਰਤਨੀਆਂ ਪਾਸੋਂ ਰੱਬੀ ਬਾਣੀ ਦੇ ਸ਼ਬਦ ਕੀਰਤਨ ਸਰਵਨ ਕਰ ਰਹੇ ਸੀ। ਸਮਾਂ ਬਣਿਆ ਹੈ ਚੱਲ ਰਹੀ ਲੜੀਵਾਰ ਗੁਰ ਇਤਿਹਾਸ ਦੀ ਵਿਚਾਰ ਦਾ। ਕੱਲ ਦੇ ਪ੍ਰਕਰਨ ਅੰਦਰ ਆਪ ਜੀਆਂ ਨੇ ਸਰਵਨ ਕੀਤਾ ਸੀ ਅਮਰਦਾਸ ਜੀ ਜੋ ਸੱਚ ਦੀ ਭਾਲ ਵਿੱਚ ਹਨ ਪਰ ਅਜੇ ਸੱਚ ਦੀ ਪ੍ਰਾਪਤੀ ਨਹੀਂ ਹੋਈ, ਪ੍ਰਭੂ ਦੇ ਮਿਲਾਪ ਲਈ ਤੀਰਥਾਂ ਦਾ ਰਟਨ ਕੀਤਾ, ਦੇਵੀ ਦੇਵਤਿਆਂ ਦੇ ਆਦਿ ਬਹੁਤ ਸਥਾਨਾਂ ਤੇ ਜਾਣਾ ਕੀਤਾ ਪਰ ਸੱਚ ਦੀ ਪ੍ਰਾਪਤੀ ਪ੍ਰਭੂ ਦਾ ਮਿਲਾਪ ਨਹੀਂ ਹੋਇਆ। ਇੱਕ ਦਿਨ ਘਰ ਦੇ ਵਿੱਚੋਂ ਹੀ ਜੋ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਪਾਤਸ਼ਾਹ ਜੀ ਸਤਿਗੁਰਾਂ ਜੀ ਦੀ ਸੁਪੁੱਤਰੀ ਬੀਬੀ ਅਮਰੋ ਜੋ ਧੰਨ ਅਮਰਦਾਸ ਪਾਤਸ਼ਾਹ ਜੀ ਦੇ ਭਤੀਜੇ ਵੱਲ ਵਿਆਹੀ ਹੋਈ ਸੀ, ਅੰਮ੍ਰਿਤ ਵੇਲੇ ਉੱਠ ਕੇ ਸੌਚ ਇਸ਼ਨਾਨ ਕਰਕੇ ਘਰ ਦਾ ਕਾਰਜ ਦੁੱਧ ਰਿੜਕਣ ਦਾ ਪ੍ਰਾਰੰਭ ਕੀਤਾ ਤੇ ਨਾਲ ਪਾਵਨ ਬਾਣੀ ਦਾ ਸ਼ਬਦ ਪੜ੍ਹ ਰਹੇ ਨੇ। ਮਾਰੂ ਰਾਗ ਦੇ ਅੰਦਰੋਂ ਕਰਨੇ ਕਾਗਦ ਮਨ ਮਸਵਾਣੀ ਬੁਰਾ ਭਲਾ ਦੇ ਲੇਖ ਪਏ। ਬੜੇ ਪ੍ਰੇਮ ਵਿੱਚ ਭਿੱਜ ਕਰਕੇ ਬੀਬੀ ਅਮਰੋ ਜੀ ਬਾਣੀ ਪੜ੍ਹ ਰਹੇ ਨੇ ਤੇ ਪਾਵਨ ਸ਼ਬਦ ਜਦੋਂ ਅਮਰਦਾਸ ਜੀ ਨੇ ਸੁਣਿਆ, ਸੁਣਦਿਆਂ ਇਉਂ ਮਹਿਸੂਸ ਹੋਇਆ ਕਿ ਇਹ ਹਾਲਤ ਮੇਰੇ ਮਨ ਦੀ ਹੈ। ਸੁਣਦਿਆਂ ਹਿਰਦੇ ਦੇ ਅੰਦਰ ਠੰਡ ਵਰਤ ਗਈ, ਸ਼ਾਂਤੀ ਵਰਤ ਗਈ, ਹਿਰਦਾ ਸਹਿਜ ਵਿੱਚ ਆਇਆ। ਸ਼ਬਦ ਨੂੰ ਸੁਣ ਕਰਕੇ ਆਨੰਦ ਪ੍ਰਾਪਤ ਹੋਇਆ ਤੇ ਪੁੱਛਣ ਲੱਗੇ ਬੀਬੀ ਅਮਰੋ ਨੂੰ, ਬੇਟਾ ਇਹ ਕਿਸ ਦੀ ਬਾਣੀ ਹੈ ਜੋ ਤੂੰ ਪੜ੍ਹ ਰਹੀ ਹੈ? ਤਾਂ ਬੀਬੀ ਅਮਰੋ ਜੀ ਕਹਿਣ ਲੱਗੇ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਬਾਣੀ ਹੈ। ਇਸ ਬਾਣੀ ਨੂੰ ਪੜ੍ਹ ਕਰਕੇ ਆਤਮਿਕ ਆਨੰਦ, ਆਤਮਿਕ ਜੀਵਨ ਦੀ ਪ੍ਰਾਪਤੀ ਹੁੰਦੀ ਹੈ। ਕਹਿਣ ਲੱਗੇ ਕਿ ਫਿਰ ਮੈਨੂੰ ਉਸ ਗੁਰੂ ਦੇ ਦਰਸ਼ਨ ਕਰਵਾ, ਮੈਨੂੰ ਮਿਲਾ। ਕਹਿਣ ਲੱਗੇ ਉਹਨਾਂ ਦੀ ਥਾਂ ਹੁਣ ਸਤਿਕਾਰਯੋਗ ਪਿਤਾ ਜੀ, ਪਿਤਾ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਸੁਭਾਏਮਨ ਹਨ। ਕਹਿਣ ਲੱਗੇ ਕਿ ਮੈਂ ਮਿਲਣਾ ਚਾਹੁੰਦਾ, ਦਰਸ਼ਨ ਕਰਨਾ ਚਾਹੁੰਦਾ। ਬੀਬੀ ਅਮਰੋ ਕਹਿਣ ਲੱਗੀ ਤੁਸੀਂ ਪਹਿਲਾਂ ਮਿਲੇ ਹੋਏ ਹੋ। ਕਹਿਣ ਲੱਗੇ ਪਹਿਲੇ ਕੁੜਮਾਚਾਰੀ ਦੇ ਤੌਰ ਤੇ ਮਿਲੇ ਆ ਪਰ ਸੇਵਕ ਬਣ ਕੇ ਮਿਲਣਾ ਚਾਹੁੰਦਾ। ਬੀਬੀ ਅਮਰੋ ਹੁਣ ਜਦੋਂ ਬੜੇ ਪ੍ਰੇਮ ਨਾਲ ਕਿਹਾ, 7 ਬਚਨ ਕਹਿ ਕੇ ਤਿਆਰੀ ਕੀਤੀ, ਖਡੂਰ ਸਾਹਿਬ ਵੱਲ ਨੂੰ ਚਾਲਾ ਪਾਇਆ। ਤਿਆਰੀ ਕਰਕੇ ਜਿਵੇਂ ਖਡੂਰ ਸਾਹਿਬ ਵੱਲ ਜਾ ਰਹੇ ਨੇ, ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਦਰਸ਼ਨਾਂ ਲਈ ਆਓ। ਇੱਥੋਂ ਅਗਲੇਰੇ ਪ੍ਰਕਰਨ ਨਾਲ ਜੁੜਨ ਵਾਸਤੇ ਮਨ ਬਿਰਤੀਆਂ ਨੂੰ ਇਕਾਗਰ ਕਰਨ ਦੇ ਲਈ ਰਸਨਾ ਦੀ ਕਲਿਆਣ ਹਿਤ ਆਖਣਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਨਿਸ਼ਾਨੀ ਚੰਦ ਚਲੇ ਪੰਥ ਸ਼ੁਭ ਸ਼ਗਨ ਤੇ ਸ਼ੁਭ ਬਹੀ ਸਮੀਰਾ। ਹੁਣ ਤਿਆਰੇ ਕਰਕੇ ਅਮਰਦਾਸ ਜੀ ਤੇ ਬੀਬੀ ਅਮਰੋ ਜੀ ਘਰੋਂ ਚਾਲਾ ਪਾਇਆ। ਖਡੂਰ ਸਾਹਿਬ ਦੇ ਰਸਤੇ ਤੇ ਤੁਰੇ ਨੇ। ਬੜੀ ਸੋਹਣੀ ਬੜੀ ਪਾਉਣ ਜਿਹੜੀ ਹੈ ਠੰਡੀ ਪਾਉਣ ਚੱਲ ਰਹੀ ਹੈ। ਪਰਖਤ ਹਰਕਤ ਚਿੱਤ ਮੈਂ ਹੋਏ ਕਾਜ ਗਹੀਰਾ। ਤੇ ਮਨ ਹੀ ਮਨ ਅੰਦਰ ਬੜੇ ਪ੍ਰਸੰਨ ਹਨ। ਮਨ ਹੀ ਮਨ ਅੰਦਰ ਇਹ ਵਿਚਾਰ ਚੱਲ ਰਹੀ ਹੈ ਕਿ ਜਿਸ ਕਾਰਜ ਵਾਸਤੇ ਮੈਂ ਜਾ ਰਿਹਾ ਹਾਂ, ਗੁਰੂ ਦੀ ਪ੍ਰਾਪਤੀ ਲਈ, ਗੁਰੂ ਦੇ ਦਰਸ਼ਨਾਂ ਲਈ, ਜੋ ਇਹ ਕਾਰਜ ਇਹ ਭਾਵਨਾ ਲੈ ਕਰਕੇ ਮੈਂ ਜਾ ਰਿਹਾ, ਹੁਣ ਛੇਤੀ ਹੀ ਜ਼ਰੂਰ ਪੂਰਾ ਹੋਵੇਗਾ। ਸਨੇ ਸਨੇ ਮਾਰਗ ਚਲੇ ਪਿਖ ਗ੍ਰਾਮ ਖਡੂਰਾ। ਹੌਲੀ ਹੌਲੀ ਚੱਲਦਿਆਂ ਬਾਸਰਕ ਨਗਰ ਤੋਂ ਪੈਂਡਾ ਤੈਅ ਕਰਕੇ ਤੁਰਦਿਆਂ ਖਡੂਰ ਸਾਹਿਬ ਨਗਰ ਦੇ ਲਾਗੇ ਜਾ ਪਹੁੰਚੇ। ਦੂਰੋਂ ਜਿਹੜਾ ਹੈ ਹੁਣ ਸਾਹਮਣੇ ਖਡੂਰ ਸਾਹਿਬ ਨਗਰ ਨਜ਼ਰ ਆਉਣ ਲੱਗਾ। ਬੀਬੀ ਅਮਰੋ ਤਬ ਕਿਉ ਪਿਤ ਸਤਿਗੁਰ ਪੂਰਾ। ਕਹਿਣ ਲੱਗੀ ਇਹ ਖਡੂਰ ਸਾਹਿਬ ਨਗਰ ਹੈ ਜਿੱਥੇ ਪਿਤਾ ਜੀ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਜੀ ਆਪਣਾ ਨਿਵਾਸ ਰੱਖਦੇ ਹਨ। ਗੁਰੂ ਸਾਹਿਬ ਜੀ ਦਾ ਇਹ ਨਗਰ ਹੈ। ਗ੍ਰਾਮ ਨਿਕਟ ਤੁਮ ਬੈਠੀਏ ਮੈਂ ਜਾਉ ਅਗਾਰੀ। ਹੁਣ ਨਗਰ ਦੇ ਵਿੱਚ ਪਹੁੰਚ ਕਰਕੇ ਬੀਬੀ ਅਮਰੋ ਕਹਿਣ ਲੱਗੀ ਕਿ ਤੁਸੀਂ ਆਪ ਜੀ ਇੱਥੇ ਰੁਕਣਾ ਕਰੋ ਨਗਰ ਦੇ ਪਾਸ, ਤੇ ਮੈਂ ਪਹਿਲਾਂ ਚੱਲ ਕੇ ਗੁਰੂ ਪਿਤਾ ਜੀ ਦੇ ਕੋਲ ਜਾਂਦੀ ਹਾਂ। ਪਿਖ ਸੁਭਾਵ ਸਤਿਗੁਰੂ ਕੋ ਪੁਨ ਲਿਓ ਹਕਾਰੀ। ਗੁਰੂ ਪਿਤਾ ਜੀ ਨੂੰ ਮਿਲ ਕਰਕੇ, ਗੁਰੂ ਪਿਤਾ ਜੀ ਦੀ ਆਗਿਆ ਲੈ ਕਰਕੇ, ਉਹਨਾਂ ਦੀ ਆਗਿਆ ਪਾ ਕੇ ਫਿਰ ਮੈਂ ਤੁਹਾਨੂੰ ਗੁਰੂ ਪਾਤਸ਼ਾਹ ਜੀ ਦੇ ਕੋਲ ਬੁਲਾ ਲਵਾਂਗੀ। ਆਗਿਆ ਕਰੇ ਪ੍ਰਸੰਨ ਹੋਏ ਪੁੱਛੋ ਜਬ ਜਾਈ। ਜਦੋਂ ਮੈਂ ਗੁਰੂ ਪਿਤਾ ਜੀ ਕੋਲ ਪਹੁੰਚਾਂਗੀ, ਪਹੁੰਚ ਕਰਕੇ ਉਹਨਾਂ ਤੋਂ ਆਗਿਆ ਮੰਗਾਂਗੀ ਆਪ ਜੀ ਨੂੰ ਬੁਲਾਉਣ ਵਾਸਤੇ, ਤੇ ਗੁਰੂ ਪਾਤਸ਼ਾਹ ਗੁਰੂ ਪਿਤਾ ਜੀ ਜਦੋਂ ਆਗਿਆ ਦੇਣਗੇ ਉਹਨਾਂ ਦੀ ਆਗਿਆ ਪਾ ਕਰਕੇ ਮੈਂ ਤੁਹਾਨੂੰ ਉਹਨਾਂ ਕੋਲ ਬੁਲਾ ਲਵਾਂਗੀ। ਮਿਲੋ ਬਹੁਰ ਟਿਗ ਰਹੋ 3 ਲੱਖ ਚਲੋ ਰਜਾਈ। ਫਿਰ ਤੁਸੀਂ ਆ ਕਰਕੇ ਗੁਰੂ ਪਿਤਾ ਜੀ ਨੂੰ ਮਿਲ ਲੈਣਾ, ਉਹਨਾਂ ਦੀ ਰਜ਼ਾ ਵਿੱਚ ਰਹਿਣਾ, ਉਹਨਾਂ ਦੇ ਕੋਲ ਰਹਿ ਕੇ ਉਹਨਾਂ ਦੀ ਪ੍ਰਸੰਨਤਾ ਪ੍ਰਾਪਤ ਕਰਨੀ। ਇਮ ਤੀਰਜ ਦੇ ਕਰ ਪਲੇ ਚੱਲ ਗਈ ਅਗਾਰੇ। ਇਸ ਪ੍ਰਕਾਰ ਦੇ ਨਾਲ ਇਹ ਬਚਨ ਕਹਿ ਕਰਕੇ ਅਮਰਦਾਸ ਜੀ ਨੂੰ ਇੱਥੇ ਨਗਰ ਦੇ ਕੋਲ ਰੋਕਿਆ ਤੇ ਬੀਬੀ ਅਮਰੋ ਜੀ ਆਪ ਗੁਰੂ ਪਿਤਾ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੇ ਕੋਲ ਚੱਲ ਕੇ ਗਏ। ਪਿਤਾ ਸਾਥ ਹਿਤ ਕਰ ਮਿਲੀ ਵੱਡ ਸ਼ਰਦਾ ਤਾਰੇ। ਬੜੇ ਸ਼ਰਧਾ ਬੜਾ ਪ੍ਰੇਮ ਧਾਰਨ ਕਰਕੇ ਆ ਕੇ ਗੁਰੂ ਪਿਤਾ ਜੀ ਨੂੰ ਗੁਰੂ ਪਾਤਸ਼ਾਹ ਜੀ ਨੂੰ ਬੀਬੀ ਅਮਰੋ ਮਿਲੀ ਹੈ। ਕਰ ਅੰਤਰ ਬੈਠੀ ਨਿਕਟ ਗੁਰੇ ਅੰਤਰ ਜਾਮੀ। ਅੰਤਰ ਜਾਮੇ ਸਤਿਗੁਰੂ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਜੀ ਜੋ ਘਰ ਦੇ ਵਿੱਚ ਹੀ ਬਿਰਾਜਮਾਨ ਸਨ, ਘਰ ਦੇ ਵਿੱਚ ਜਾ ਕੇ ਗੁਰੂ ਪਿਤਾ ਜੀ ਨੂੰ ਮਿਲਣਾ ਕੀਤਾ ਹੈ। ਕਯੋ ਬੁਲਾਇਓ ਤੁਝ ਨਹੀਂ ਆਈ ਕਿਸ ਕਾਮੀ। ਕਿਉਂਕਿ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੇ ਜਦੋਂ ਬੀਬੀ ਅਮਰੋ ਜੀ ਦੇ ਸ਼ਾਦੀ ਕੀਤੀ, ਵਿਆਹ ਕੀਤਾ ਤੇ ਕਿਹਾ ਸੀ ਕਿ ਬੇਟਾ ਜਦੋਂ ਅਸੀਂ ਬੁਲਾਈਏ ਉਦੋਂ ਚੱਲ ਕੇ ਆਉਣਾ ਹੈ, ਬਿਨਾਂ ਬੁਲਾਇਆ ਤੁਸੀਂ ਨਹੀਂ ਆਉਣਾ। ਜਦੋਂ ਤੁਹਾਨੂੰ ਆਗਿਆ ਹੋਵੇ, ਜਦੋਂ ਬੁਲਾਉਣਾ ਕੀਤਾ ਜਾਵੇ ਉਦੋਂ ਹੀ ਚੱਲ ਕੇ ਆਉਣਾ ਹੈ। ਗੁਰੂ ਪਾਤਸ਼ਾਹ ਕਹਿਣ ਲੱਗੇ ਕਿ ਬੀਬੀ ਅਮਰੋ ਨੂੰ ਜਦੋਂ ਕਿਹਾ ਕਿ ਤੁਹਾਨੂੰ ਬੁਲਾਇਆ ਨਹੀਂ ਗਿਆ ਪਰ ਤੁਸੀਂ ਬਿਨਾਂ ਬੁਲਾਏ ਚੱਲ ਕੇ ਆਏ ਹੋ, ਕਿਹੜਾ ਐਸਾ ਕੰਮ ਆਣ ਪਿਆ, ਕਿਸ ਕੰਮ ਵਾਸਤੇ ਤੁਸੀਂ ਚੱਲ ਕੇ ਆਏ ਹੋ। ਬਨੇ ਨ ਆਵਨ ਬਿਨ ਪਨੇ ਕਿਉਂ ਚੱਲ ਕਰ ਆਏ। ਬਿਨਾਂ ਬੁਲਾਇਆ ਤੁਹਾਡਾ ਆਉਣਾ ਬਣਦਾ ਨਹੀਂ, ਕਿਸ ਕਾਰਨ, ਉਹ ਕਿਹੜਾ ਕਾਰਨ ਹੈ ਕਿ ਜਿਹੜੀ ਬਿਨਾਂ ਆਗਿਆ ਤੋਂ ਤੁਸੀਂ ਚੱਲ ਕਰਕੇ ਆਏ ਹੋ। ਜਿਨੋ ਸੰਗ ਆਨਿਓ ਹੁਤੋ ਤਿਸ ਕਿਉਂ ਨੈ ਲਿਆਏ। ਅੰਤਰਜਾਮੀ ਸਤਿਗੁਰੂ ਪਾਤਸ਼ਾਹ ਜੀ ਘਟਕੜ ਦੀਆਂ ਜਾਣਨ ਵਾਲੇ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਜੀ ਕਹਿਣ ਲੱਗੇ ਬੀਬੀ ਅਮਰੋ ਨੂੰ ਕਿ ਜਿਨ੍ਹਾਂ ਨੂੰ ਤੁਸੀਂ ਨਾਲ ਲਿਆਏ ਹੋ
ਉਹਨਾਂ ਨੂੰ ਬਾਹਰ ਖੜੇ ਕਰ ਦਿੱਤਾ। ਉਹਨਾਂ ਨੂੰ ਇੱਥੇ ਨਾਲ ਲੈ ਕੇ ਕਿਉਂ ਨਹੀਂ ਆਏ? ਕਯੋ ਜੋਰ ਕਰ ਜਾਏ ਮੈਂ ਆਨਿਓ ਅਬ ਪਾਸਾ। ਤੇ ਕਹਿਣ ਲੱਗੇ ਗੁਰੂ ਪਿਤਾ ਜੀ, ਆਪ ਜੀ ਦੀ ਆਗਿਆ ਲੈਣ ਵਾਸਤੇ ਮੈਂ ਪਹਿਲਾਂ ਚੱਲ ਕੇ ਆਪ ਜੀ ਕੋਲ ਆਈ ਹਾਂ ਕਿ ਪਹਿਲਾਂ ਆਪ ਜੀ ਦੀ ਆਗਿਆ ਲੈ ਲਵਾਂ, ਫਿਰ ਉਹਨਾਂ ਨੂੰ ਲੈ ਕੇ ਆਵਾਂਗੇ। ਹੁਣ ਆਪ ਜੀ ਦੀ ਆਗਿਆ ਹੈ, ਇਸ ਕਰਕੇ ਮੈਂ ਉਹਨਾਂ ਨੂੰ ਬੁਲਾ ਕਰਕੇ ਆਪ ਜੀ ਪਾਸ ਲੈ ਕੇ ਆਉਂਦੀ ਹਾਂ। ਆਇਸ ਬਿਨ ਨੇ ਮਿਲ ਸਕੇ ਬਹੁਤਰੇ ਹੁਲਾਸਾ। ਭਾਵੇਂ ਕਿ ਉਹਨਾਂ ਦੇ ਅੰਦਰ ਭਾਵ ਅਮਰਦਾਸ ਜੀ ਦੇ ਅੰਦਰ ਬਹੁਤ ਹੁਲਾਸ ਹੈ, ਬੜਾ ਪ੍ਰੇਮ ਹੈ, ਬੜੀ ਭਾਵਨਾ ਲੈ ਕੇ, ਬੜਾ ਪ੍ਰੇਮ ਲੈ ਕੇ ਉਹ ਮਿਲਣ ਵਾਸਤੇ ਆਏ ਨੇ। ਪਰ ਤੁਹਾਡੀ ਆਗਿਆ ਬਿਨਾ ਉਹ ਨਹੀਂ ਆਉਣਾ ਚਾਹੁੰਦੇ। ਆਪ ਜੀ ਦੀ ਆਗਿਆ ਲੈਣ ਵਾਸਤੇ ਮੈਂ ਪਹਿਲਾਂ ਚੱਲ ਕੇ ਆਪ ਜੀ ਦੇ ਕੋਲ ਆਈ ਹਾਂ। ਗਈ ਆਪਈ ਉਠ ਬਹੁਰ ਤਿਸ ਜਾਏ ਹਕਾਰਾ। ਇਸ ਪ੍ਰਕਾਰ ਦੇ ਨਾਲ ਉਸੇ ਵੇਲੇ ਜਦੋਂ ਗੁਰੂ ਪਿਤਾ ਦੀ ਆਗਿਆ ਪ੍ਰਾਪਤ ਹੋਈ, ਗੁਰੂ ਪਿਤਾ ਦੀ ਆਗਿਆ ਪਾ ਕੇ ਬੇਬੇ ਅਮਰੋ ਜੀ ਤੁਰਤ ਉਸੇ ਵੇਲੇ ਚੱਲ ਕੇ ਗਏ ਬੁਲਾਉਣ ਵਾਸਤੇ। ਰਿਦੇ ਆਨੰਦ ਬਿਲੰਦ ਧਰ ਪਹੁੰਚਿਓ ਦਰਬਾਰਾ। ਤੇ ਜਦੋਂ ਜਾ ਕੇ ਬੇਬੇ ਅਮਰੋ ਜੀ ਨੇ ਕਿਹਾ ਕਿ ਗੁਰੂ ਪਿਤਾ ਜੀ ਨੇ ਆਗਿਆ ਦੇ ਦਿੱਤੀ ਹੈ, ਤੁਹਾਨੂੰ ਬੁਲਾਉਣਾ ਕੀਤਾ ਹੈ, ਹਿਰਦੇ ਦੇ ਅੰਦਰ ਬੜਾ ਆਨੰਦ ਵਧਿਆ। ਮਨ ਜਿਹੜਾ ਸੀ ਬੜਾ ਹੁਲਾਸ ਵਿੱਚ ਆਇਆ, ਬੜਾ ਪ੍ਰਸੰਨ ਹੋਇਆ, ਹਿਰਦੇ ਦੇ ਅੰਦਰ ਆਨੰਦ ਵਧਿਆ ਤੇ ਚੱਲ ਕਰਕੇ ਧੰਨ ਅਮਰਦਾਸ ਜੀ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੇ ਕੋਲ ਆਏ। ਦਰਸ਼ਨ ਕੀਨ ਸਜਾਏ ਕੈ ਮੁਖ ਕਮਲ ਵਿਕਾਸ਼ਾ। ਤੇ ਜਾ ਕਰਕੇ ਜਿਸ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਜੀ ਦਾ ਚਿਹਰਾ ਕਮਲਵਤ ਖਿੜਿਆ ਹੋਇਆ ਹੈ, ਉਹ ਚਿਹਰੇ ਦੇ ਜਾ ਕੇ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੇ ਜਾ ਕੇ ਅਮਰਦਾਸ ਜੀ ਨੇ ਦਰਸ਼ਨ ਦੀਦਾਰ ਕੀਤੇ ਹਨ। ਰਾਗ ਦ્વੈਸ਼ ਸੁਖ ਦੁਖ ਵਿਖੇ ਬ੍ਰਿਤ ਜਿਨੋ ਉਦਾਸਾ। ਜਿਨ੍ਹਾਂ ਦੇ ਰਾਗ ਦ્વੈਸ਼ ਖੁਸ਼ੀ ਦੇ ਵਿੱਚ ਜਿਹੜੇ ਬਿਰਤੀ ਉਹ ਇੱਕ ਸਮਾਨ ਹੈ, ਨਾ ਦੁੱਖ ਨਾ ਸੁਖ ਨਾ ਰਾਗ ਦ્વੈਸ਼ ਉਹ ਵਿਆਪਦਾ ਨਹੀਂ। ਲਖ ਸੰਸਾਰ ਸੰਬੰਧ ਕੋ ਹੋਏ ਸਤਿਗੁਰ ਠਾਂਡੇ। ਤੇ ਹੁਣ ਸੰਸਾਰਿਕ ਸੰਬੰਧ ਜਾਣਦੇ ਆ, ਕਿਉਂਕਿ ਰਿਸ਼ਤੇਦਾਰੀ ਚ ਕੁੜਮ ਲੱਗਦੇ ਸਨ ਅਮਰਦਾਸ ਜੀ। ਹੁਣ ਸੰਸਾਰੀ ਰਿਸ਼ਤਾ ਜਾਣਦਿਆਂ ਹੋਇਆ ਸਤਿਕਾਰ ਦੇਣ ਵਾਸਤੇ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਜੀ ਆਪਣੇ ਆਸਣ ਤੋਂ ਉੱਠ ਕੇ ਖੜੇ ਹੋਏ। ਗਲ ਮਿਲਬੇ ਕੋ ਤਿਆਰ ਪੇ ਪਟ ਤੇ ਕਰ ਕਾਢੇ। ਤੇ ਹੁਣ ਗਲੇ ਮਿਲਣ ਵਾਸਤੇ, ਕਿਉਂਕਿ ਕੁੜਮਾਚਾਰੀ ਸੀ, ਕੁੜਮਾਚਾਰੀ ਦੇ ਨਾਤੇ ਗਲੇ ਮਿਲਣ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਨੇ ਜਿਹੜੀ ਚਾਦਰ ਸਰੀਰ ਤੇ ਲਈ ਸੀ ਉਹਦੇ ਵਿੱਚੋਂ ਆਪਣੇ ਹੱਥ ਕੱਢੇ ਹਨ ਗਲ ਲਾਉਣ ਵਾਸਤੇ, ਗਲ ਮਿਲਣ ਵਾਸਤੇ। ਚਰਨ ਗਏ ਸ਼੍ਰੀ ਅਮਰ ਤਬ ਬੰਧਨ ਕੋ ਠਾਨੀ। ਪਰ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੇ ਜਦੋਂ ਗਲੇ ਮਿਲਣ ਵਾਸਤੇ ਹੱਥ ਬਾਹਰ ਕੱਢੇ ਤੇ ਅਮਰਦਾਸ ਜੀ ਚਰਨਾਂ ਤੇ ਟਹਿ ਪਏ। ਕਹਿਣ ਲੱਗੇ ਅੱਜ ਕੁੜਮ ਬਣ ਕੇ ਨਹੀਂ, ਅੱਜ ਸੇਵਕ ਬਣ ਕੇ ਆਇਆ। ਧੰਨ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੇ ਚਰਨਾਂ ਤੇ ਢਹਿ ਪਏ, ਨਤਮਸਤਕ ਹੋਏ, ਨਮਸਕਾਰ ਕੀਤੀ ਹੈ। ਉਚਿਤ ਨਹੀਂ ਗਰ ਮਿਲਨ ਕੇ ਲਿਓ ਦਾਸ ਪਛਾਨੀ। ਆਪ ਜੀ ਦੇ ਗਲ ਮਿਲਣਾ ਪਾਤਸ਼ਾਹ ਉਚਿਤ ਨਹੀਂ, ਮੈਨੂੰ ਆਪਣਾ ਸੇਵਕ ਕਰਕੇ ਜਾਣੋ, ਆਪਣਾ ਦਾਸ ਕਰਕੇ ਜਾਣੋ। ਮੈਂ ਰਿਸ਼ਤੇਦਾਰੀ ਦਾ ਨਾਤਾ ਲੈ ਕਰਕੇ ਇੱਥੇ ਨਹੀਂ ਆਇਆ ਪਾਤਸ਼ਾਹ, ਮੈਂ ਇੱਕ ਨਿਮਾਣਾ ਸੇਵਕ ਬਣ ਕੇ, ਦਾਸ ਬਣ ਕੇ ਆਇਆ, ਆਪਣਾ ਸੇਵਕ ਕਰਕੇ ਜਾਣਨਾ ਕਰੋ। ਕੁਸ਼ਲ ਛੇਮ ਸਭ ਪੂਛ ਕੇ ਨਿਜ ਨਿਕਟ ਬਿਠਾਇਓ। ਧੰਨ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੇ ਅਮਰਦਾਸ ਜੀ ਨੂੰ ਸੁਖ ਸ਼ਾਂਤ ਪੁੱਛੀ, ਘਰ ਪਰਿਵਾਰ ਦਾ ਪੁੱਛਿਆ, ਆਪਣੇ ਕੋਲ ਗੁਰੂ ਪਾਤਸ਼ਾਹ ਜੀ ਨੇ ਬਿਠਾਉਣਾ ਕੀਤਾ ਹੈ। ਅਪਰ ਬਾਤ ਕੁਛ ਜਗਤ ਕੀ ਬੂਝਤ ਹਰ ਖਾਇਓ। ਕੁਝ ਸੰਸਾਰੀ ਜਿਹੜੀਆਂ ਗੱਲਾਂ ਬਾਤਾਂ ਕੀਤੀਆਂ, ਪਰਿਵਾਰ ਦੇ ਸੁਖ ਸ਼ਾਂਤ ਪੁੱਛਿਆ, ਇਸ ਪ੍ਰਕਾਰ ਦੇ ਨਾਲ ਵਾਰਤਾਲਾਪ ਹੋਈ। ਕਿਤਕ ਸਮੋ ਬੀਤਿਓ ਜਬੇ ਬੈਠੇ ਗੁਰ ਪਾਸੋ। ਜਦੋਂ ਕੁਝ ਸਮਾਂ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੇ ਕੋਲ ਬੈਠਿਆ ਅਮਰਦਾਸ ਜੀ ਦਾ ਬਤੀਤ ਹੋਇਆ। ਆਏ ਰਸੋਈਆ ਥਿਤ ਪਇਓ ਕੀਨ ਸੇ ਅਰਦਾਸੂ। ਤਾਂ ਉਸ ਵਕਤ ਜਿਹੜਾ ਰਸੋਈਆ ਸੀ
ਉਹ ਚੱਲ ਕਰਕੇ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੇ ਕੋਲ ਆਇਆ, ਆ ਕੇ ਬੇਨਤੀ ਕਰਨ ਲੱਗਾ। ਪ੍ਰਭ ਜੀ ਸਿੱਧ ਆਹਾਰ ਹੈ ਸੁਨ ਉਠੇ ਕਿਰਪਾਲਾ। ਕਹਿਣ ਲੱਗਾ, ਹੇ ਪ੍ਰਭੂ ਜੀ, ਸਤਿਗੁਰੂ ਪਾਤਸ਼ਾਹ ਜੀ, ਭੋਜਨ ਤਿਆਰ ਹੈ, ਆਪ ਜੀ ਕਿਰਪਾ ਕਰਕੇ ਭੋਜਨ ਛਕਣਾ ਕਰੋ। ਬੁੱਢੇ ਆਦਿਕ ਸਿੱਖ ਸਭ ਆਏ ਤਿਸ ਕਾਲਾ। ਰਸੋਈਏ ਨੇ ਜਦੋਂ ਬੇਨਤੀ ਕੀਤੀ, ਧੰਨ ਗੁਰੂ ਅੰਗਦ ਦੇ ਪਾਤਸ਼ਾਹ ਜੀ ਅਮਰਦਾਸ ਜੀ ਨੂੰ ਨਾਲ ਲਿਆ, ਚੱਲ ਕੇ ਲੰਗਰ ਸਥਾਨ ਤੇ ਆਏ। ਬਾਬਾ ਬੁੱਢਾ ਜੀ ਆਦਿਕ ਜਿਹੜੇ ਗੁਰਸਿੱਖ ਸਨ ਹੋਰ, ਉਹ ਵੀ ਚੱਲ ਕਰਕੇ ਲੰਗਰ ਵਾਲੇ ਸਥਾਨ ਤੇ ਪਹੁੰਚੇ ਹਨ। ਪੰਕਤ ਬੈਠੀ ਮਿਲ ਤਬੇ ਗੁਰ ਬੀਚ ਸੁਹਾਏ। ਹੁਣ ਸਾਰੀਆਂ ਸਿੱਖ ਸੰਗਤਾਂ ਦੀਆਂ ਭਗਤਾਂ ਲੱਗ ਗਈਆਂ। ਸਿੱਖ ਸੰਗਤਾਂ ਦੇ ਵਿਚਕਾਰ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਜੀ ਬੈਠੇ ਸ਼ੋਭਾ ਪਾ ਰਹੇ ਹਨ। ਮਿਲ ਸੰਗਤ ਮੈਂ ਅਮਰ ਜੀ ਬੈਠੇ ਤਿਸ ਥਾਏ। ਤੇ ਹੁਣ ਜਦੋਂ ਪੰਗਤ ਸਜੀ ਹੈ, ਸਾਰੇ ਸਿੱਖ ਸੰਗਤਾਂ ਬੈਠੀਆਂ ਨੇ, ਧੰਨ ਗੁਰੂ ਅੰਗਦ ਦੇ ਪਾਤਸ਼ਾਹ ਸੰਗਤਾਂ ਦੇ ਵਿੱਚ ਬੈਠੇ ਨੇ, ਤੇ ਅਮਰਦਾਸ ਜੀ ਵੀ ਇਸ ਪੰਗਤ ਦੇ ਵਿੱਚ ਬੈਠ ਗਏ ਹਨ। ਤ੍ਰਿਪਤ ਪਾਏ ਪੰਕਤ ਉਠੀ ਜਲ ਪਾਨ ਕਰਾਇਓ। ਹੁਣ ਜਦੋਂ ਭੋਜਨ ਪ੍ਰਸ਼ਾਦ ਛਕਿਆ, ਸਾਰੀਆਂ ਸੰਗਤਾਂ ਦੇ ਵਿੱਚ ਭੋਜਨ ਵਰਤਾਇਆ ਗਿਆ, ਸਿੱਖ ਸੰਗਤਾਂ ਨੇ ਭੋਜਨ ਛਕਿਆ, ਭੋਜਨ ਛਕ ਕੇ ਤ੍ਰਿਪਤ ਹੋਏ, ਜਲ ਪਾਨ ਛਕਣਾ ਕੀਤਾ ਹੈ। ਮਮ ਮਨ ਕੀ ਗਤ ਗੁਰ ਲਖੀ ਹਰਖਿਓ ਉਰ ਪਾਰੀ। ਤੇ ਹੁਣ ਅਮਰਦਾਸ ਜੀ ਬਹੁਤ ਪ੍ਰਸੰਨ ਹੋਏ ਕਿ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੇ ਮੇਰੇ ਅੰਦਰ ਦੀ ਜਾਣ ਲਈ ਹੈ। ਜੋ ਭਾਵਨਾ ਲੈ ਕੇ ਮੈਂ ਆਇਆ ਇੱਥੇ, ਉਹ ਭਾਵਨਾ ਨੂੰ ਜਾਣ ਲਿਆ। ਅੰਤਰਜਾਮੀ ਹਨ ਸਤਿਗੁਰੂ ਪਾਤਸ਼ਾਹ ਜੀ, ਇਹ ਜਾਣ ਕਰਕੇ ਬੜੇ ਪ੍ਰਸੰਨ ਹੋਏ। ਪਏ ਪੁੰਨ ਮੇਰੇ ਉਦੇ ਬਹੁ ਕਰਤ ਵਿਚਾਰੀ। ਕਹਿਣ ਲੱਗੇ, ਮੇਰੇ ਵੱਡੇ ਪੁੰਨ ਹਨ, ਚੰਗੇ ਭਾਗ ਹਨ, ਜਿਨ੍ਹਾਂ ਕਰਕੇ ਮੈਨੂੰ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੇ ਦੀਦਾਰ ਪ੍ਰਾਪਤ ਹੋਏ। ਧੰਨ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੀ ਸ਼ਰਨ, ਧੰਨ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੀ ਸੰਗਤ ਪ੍ਰਾਪਤ ਹੋਈ ਹੈ। ਮੇਰੇ ਵੱਡੇ ਭਾਗ ਜਾਗੇ ਹਨ। ਪੂਰਬ ਕਰਮ ਅੰਕੁਰ ਜਬ ਪ੍ਰਗਟਿਓ ਭੇਟਿਓ ਪੁਰਖ ਰਸਕ ਬੈਰਾਗੇ। ਇਹ ਮਸਤਕ ਦੇ ਵੱਡੇ ਭਾਗ ਜਾਗੇ ਹਨ। ਧੰਨ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੇ ਦੀਦਾਰ, ਉਹਨਾਂ ਦੀ ਸੰਗਤ ਮੈਨੂੰ ਮਿਲੀ ਹੈ। ਅਬ ਇਨ ਤੇ ਆਛੋ ਗੁਰੂ ਕਤਹੂ ਨਾ ਦਰਸਾਵੋ। ਹੁਣ ਮਨ ਵਿੱਚ ਵਿਚਾਰਦੇ ਨੇ ਅਮਰਦਾਸ ਜੀ, ਕਹਿਣ ਲੱਗੇ, ਇਹਨਾਂ ਤੋਂ ਹੋਰ ਵੱਡਾ ਗੁਰੂ ਮੈਨੂੰ ਦੁਨੀਆ ਵਿੱਚ ਕਿਤੇ ਨਹੀਂ ਮਿਲ ਸਕਦਾ। ਸਤਿ ਸ੍ਰੀ ਅਕਾਲ। ਧੰਨ ਗੁਰੂ ਅੰਗਦ ਦੇ ਪਾਤਸ਼ਾਹ ਜੀ ਤੋਂ ਵੱਡਾ ਹੋਰ ਗੁਰੂ ਦੁਨੀਆ ਦੇ ਵਿੱਚ ਕੋਈ ਨਹੀਂ ਹੋ ਸਕਦਾ, ਕੋਈ ਮੈਨੂੰ ਮਿਲ ਨਹੀਂ ਸਕਦਾ। ਸਾਰਿਆਂ ਤੋਂ ਵੱਡੇ ਗੁਰੂ ਹਨ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਜੀ, ਜਿਨ੍ਹਾਂ ਦੇ ਦਰਸ਼ਨ ਕਰਕੇ ਮਨ ਪ੍ਰਸੰਨ ਹੋਇਆ ਹੈ। ਧੰਨ ਭਾਗ ਇਹੋ ਜੇ ਮਿਲੇ ਸਮੇਂ ਔਰ ਨ ਪਾਵੋ। ਤੇ ਮੇਰੇ ਧੰਨ ਭਾਗ ਹਨ ਕਿ ਮੈਨੂੰ ਗੁਰੂ ਅੰਗਦ ਦੇ ਪਾਤਸ਼ਾਹ ਜੀ ਦਾ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਇਹਨਾਂ ਦੇ ਸਮਾਨ ਹੋਰ ਮੈਨੂੰ ਕੋਈ ਗੁਰੂ ਮਿਲ ਨਹੀਂ ਸਕਦਾ। ਸ਼੍ਰੀ ਪ੍ਰਭ ਸ਼੍ਰੀ ਗੰਗਾ ਸੁਨੀ ਮੈਂ ਬਿਨੇ ਜੋ ਕੀਨੀ। ਪਰਮੇਸ਼ਰ ਨੇ ਮੇਰੀ ਬੇਨਤੀ ਪ੍ਰਵਾਨ ਕਰ ਲਈ ਹੈ। ਜੋ ਮੈਂ ਬੇਨਤੀ ਕੀਤੀ ਸੀ ਪਰਮੇਸ਼ਰ ਦੇ ਅੱਗੇ ਕਿ ਮੈਂ ਅਜੇ ਤੱਕ ਨਿਗੁਰਾ, ਮੈਨੂੰ ਗੁਰੂ ਦੀ ਪ੍ਰਾਪਤੀ ਨਹੀਂ ਹੋਈ, ਕਿ ਪੂਰਨ ਗੁਰੂ ਦਾ ਮਿਲਾਪ ਹੋ ਜਾਵੇ, ਪੂਰਾ ਗੁਰੂ ਮੈਨੂੰ ਮਿਲ ਜਾਵੇ, ਜਿਹੜਾ ਮੈਨੂੰ ਉਸ ਪਰਮੇਸ਼ਰ ਦੇ ਨਾਲ ਜੋੜ ਦੇਵੇ। ਤੇ ਉਹ ਪਰਮੇਸ਼ਰ ਨੇ ਮੇਰੀ ਬੇਨਤੀ ਪ੍ਰਵਾਨ ਕਰ ਲਈ ਹੈ, ਔਰ ਬੇਨਤੀ ਪ੍ਰਵਾਨ ਕਰਕੇ ਪਰਮੇਸ਼ਰ ਨੇ ਮੇਰੇ ਤੇ ਕਿਰਪਾ ਕੀਤੀ ਹੈ, ਪੂਰੇ ਗੁਰੂ ਦਾ ਮਿਲਾਪ ਮੈਨੂੰ ਕਰਵਾ ਦਿੱਤਾ ਹੈ। ਇਹ ਪੂਰਨ ਅਵਤਾਰ ਹੈ ਸ਼ਰਦਾ ਧਰ ਲੀਨੀ। ਇਹ ਪੂਰਨ ਅਵਤਾਰ ਧਾਰ ਕੇ ਸੰਸਾਰ ਤੇ ਆਏ ਹਨ ਦੁਨੀਆ ਦੇ ਭਲੇ ਹਿੱਤ। ਇਸ ਪ੍ਰਕਾਰ ਦੇ ਨਾਲ ਅਮਰਦਾਸ ਜੀ ਨੇ ਆਪਣੇ ਹਿਰਦੇ ਦੇ ਅੰਦਰ ਬਹੁਤ ਸ਼ਰਧਾ ਧਾਰਨ ਕੀਤੀ ਹੈ। ਕਰ ਭੋਜਨ ਬੈਠਿਓ ਵਹਿਰ ਏਕਾਕੀ ਹੋਆ। ਭੋਜਨ ਛਕਿਆ, ਭੋਜਨ ਛਕ ਕੇ ਹੁਣ ਬਾਹਰ ਇਕਾਂਤ ਦੇ ਵਿੱਚ ਇਕੱਲੇ ਹੋ ਕਰਕੇ ਬੈਠ ਗਏ ਹਨ। ਚਿਤਵਤ ਚਿਤ ਮੈਂ ਮਾ ਗੁਰੂ ਸੰਸੇ ਸਭ ਖੋਆ। ਮਨ ਦੇ ਸਾਰੇ ਜਿਹੜੇ ਸੰਸੇ ਨੇ ਉਹ ਖਤਮ ਹੋ ਗਏ, ਮਨ ਅੰਦਰ ਕੋਈ ਸੰਸਾ ਨਹੀਂ ਰਿਹਾ। ਪੂਰਨ ਗੁਰੂ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੇ ਦੀਦਾਰ ਕਰਕੇ ਇਸ ਪ੍ਰਕਾਰ ਦੇ ਨਾਲ ਮਨ ਦੇ ਅੰਦਰ ਗੁਰੂ ਦੀ ਮਹਿਮਾ ਨੂੰ ਜਾਣ ਰਹੇ ਹਨ। ਨਿਸਾ ਬਿਤਾਈ ਪੁਨ ਦਿਵਸ
ਭੋਜਨ ਪਾ ਤਿਆਰੀ। ਇਸ ਪ੍ਰਕਾਰ ਦੇ ਨਾਲ ਰਾਤ ਦਾ ਸਮਾਂ ਹੋਇਆ, ਸੁਖ ਦੇ ਸਾਥ ਰਾਤ ਬਤੀਤ ਕੀਤੀ, ਅੰਮ੍ਰਿਤ ਵੇਲਾ ਹੋਇਆ, ਸੱਚ ਇਸ਼ਨਾਨ ਕੀਤੀ, ਪ੍ਰਭੂ ਦੀ ਪਰਮੇਸ਼ਰ ਦੀ ਬੰਦਗੀ ਕੀਤੀ। ਫਿਰ ਦਿਨ ਦਾ ਚੜ੍ਹਾਅ ਹੋਇਆ, ਦਿਨ ਦਾ ਜਿਹੜਾ ਸਵੇਰ ਦਾ ਭੋਜਨ ਉਹ ਬਣ ਕਰਕੇ ਤਿਆਰ ਹੋਇਆ। ਮਿਲ ਪੰਕਤ ਬੈਠਿਓ ਤਹਾਂ ਮਮ ਮੈਂ ਇਮਤਾਰੀ। ਹੁਣ ਮਨ ਦੇ ਅੰਦਰ ਪ੍ਰੇਮ ਧਾਰਨ ਕਰਕੇ ਜਦੋਂ ਪੰਗਤਾਂ ਬੈਠੀਆਂ, ਸਾਰੀਆਂ ਸਿੱਖ ਸੰਗਤਾਂ ਚੱਲ ਕੇ ਆਈਆਂ, ਗੁਰੂ ਸਾਹਿਬ ਪਾਤਸ਼ਾਹ ਪੰਗਤ ਵਿੱਚ ਬੈਠੇ, ਸੰਗਤ ਸਾਰੀ ਬੈਠੀ ਹੈ। ਅਮਰਦਾਸ ਪਾਤ ਜੀ ਚੱਲ ਕਰਕੇ ਆ ਕਰਕੇ ਸੰਗਤਾਂ ਦੇ ਵਿੱਚ ਬੈਠੇ ਹਨ। ਸ਼੍ਰੀ ਗੁਰ ਸਦਾ ਸਰਬੱਗ ਹੈ ਸੰਸੇ ਕਿਛ ਨਾਈ। ਧੰਨ ਗੁਰੂ ਅੰਗਦ ਦੇ ਪਾਤਸ਼ਾਹ ਜੀ ਦਾ ਸਦਾ ਹੀ ਸਰਬੱਗ ਨੇ, ਜਿਨ੍ਹਾਂ ਨੂੰ ਕੋਈ ਸੰਸਾ ਨਹੀਂ ਕਿਸੇ ਪ੍ਰਕਾਰ ਦਾ ਉਹ ਸਰਬੱਗ ਹਨ। ਤਉ ਮੋਏ ਮਨ ਪਾਵਨੀ ਲਖ ਨਿਜ ਉਰਮਾਈ। ਇਸ ਪ੍ਰਕਾਰ ਦੇ ਨਾਲ ਜਿਹੜੇ ਮੇਰੇ ਮਨ ਦੇ ਭਾਵਨਾ ਹੈ, ਜੇ ਕਿਤੇ ਉਹ ਜਾਣ ਲੈਣ, ਮੇਰੇ ਮਨ ਅੰਦਰ ਜਿਹੜੀ ਭਾਵਨਾ ਬਣੀ ਹੈ, ਜੋ ਮਨ ਅੰਦਰ ਮੈਂ ਚਾਹੁੰਦਾ ਹਾਂ, ਜਿਹੜੀ ਕਾਂਖਾ ਹੈ ਭਾਵਨਾ, ਜੇ ਕਿਰਪਾ ਕਰਕੇ ਸਤਿਗੁਰੂ ਪਾਤਸ਼ਾਹ ਜੀ ਉਹ ਬੁੱਝ ਲੈਣ। ਸੀਤ ਪ੍ਰਸਾਦ ਸਰਬੋਤਮ ਬਿਨ ਜਾਚੇ ਮੋਈ। ਜਿਹੜਾ ਗੁਰੂ ਸਾਹਿਬ ਜੀ ਦਾ ਸੀਤ ਪ੍ਰਸਾਦ ਹੈ ਉਹ ਸਰਬੋਤਮ ਹੈ, ਤੇ ਬਿਨਾ ਮੰਗਿਆ ਜੇ ਗੁਰੂ ਅੰਗਦ ਦੇ ਪਾਤਸ਼ਾਹ ਕਿਰਪਾ ਕਰਕੇ ਮੈਨੂੰ ਉਹ ਬਖਸ਼ ਦੇਣ। ਭਾਵਨਾ ਬਣੀ ਮਨ ਅੰਦਰ, ਜਦੋਂ ਭੋਜਨ ਛਕ ਰਹੇ ਨੇ, ਭੋਜਨ ਛਕਦੇ ਆ ਮਨ ਅੰਦਰ ਭਾਵਨਾ ਬਣ ਗਈ ਕਿ ਗੁਰੂ ਸਾਹਿਬ ਤਰਸ ਕਰਨ, ਕਿਤੇ ਕਿਰਪਾ ਕਰਕੇ ਮੇਰੇ ਮਨ ਦੇ ਬੁੱਝ ਲੈਣ, ਜਾਣ ਲੈਣ, ਤੇ ਆਪਣਾ ਜਿਹੜਾ ਸੀਤ ਪ੍ਰਸਾਦ ਹੈ ਉਹ ਬਿਨਾ ਮੰਗਿਆ ਮੈਨੂੰ ਦੇ ਦੇਣ। ਕਿਰਪਾ ਤਾਰ ਸੋ ਦੇਹੀ ਅਬ ਉਰ ਮਮ ਸੁਦੋਈ। ਤੇ ਜੇ ਕਿਰਪਾ ਕਰਕੇ ਮੈਨੂੰ ਆਪਣਾ ਸੀਤ ਪ੍ਰਸਾਦ ਬਖਸ਼ ਦੇਣ ਤੇ ਮੈਨੂੰ ਗਿਆਨ ਪ੍ਰਾਪਤ ਹੋ ਜਾਵੇਗਾ, ਮੈਨੂੰ ਗਿਆਨ ਦੀ ਪ੍ਰਾਪਤੀ ਹੋ ਜਾਵੇਗੀ ਗੁਰੂ ਦਾ ਸੀਤ ਪ੍ਰਸਾਦ ਛਕ ਕਰਕੇ। ਇਮ ਚਿਤਵਤ ਭੋਜਨ ਕਰਿਓ ਸ਼੍ਰੀ ਗੁਰ ਨੇ ਜਾਨੀ। ਹੁਣ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਜੀ ਅੰਦਰ ਦੀਆਂ ਜਾਣਨ ਵਾਲੇ, ਘਟ ਘਟ ਦੀਆਂ ਜਾਣਨ ਵਾਲੇ ਸਤਿਗੁਰੂ ਪਾਤਸ਼ਾਹ ਜੀ ਨੇ ਜਿਹੜਾ ਫੁਰਨਾ ਬਣਿਆ ਅਮਰਦਾਸ ਜੀ ਦੇ ਹਿਰਦੇ ਦਾ ਉਹ ਜਾਣ ਲਿਆ। ਲੋੜ ਅਨੁਸਾਰ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੇ ਭੋਜਨ ਛਕਿਆ ਹੈ। ਆਪ ਅਚਿਓ ਤ੍ਰਿਪਤਾਏ ਕੈ ਪੁਨ ਪੀਵਤ ਪਾਨੀ। ਲੋੜ ਅਨੁਸਾਰ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੇ ਭੋਜਨ ਛਕਿਆ, ਭੋਜਨ ਛਕ ਕੇ ਜਲ ਛਕਣਾ ਕੀਤਾ ਹੈ। ਪੀਛੇ ਉਚਰੇ ਉਦਾਸ ਕੋ ਜੋ ਬਚਿਓ ਆਹਾਰਾ। ਉਹ ਭੋਜਨ ਜਿਹੜਾ ਸੀ ਬਚਿਆ ਹੋਇਆ ਉਹ ਆਪਣੇ ਇੱਕ ਸੇਵਕ ਨੂੰ ਗੁਰੂ ਪਾਤਸ਼ਾਹ ਜੀ ਨੇ ਹੁਕਮ ਕੀਤਾ, ਦੇਉ ਪੁਰਖ ਤਿਸ ਜਾਏ ਕਰ ਚਹਿਰਿਦੇ ਉਦਾਰਾ। ਕਹਿਣ ਲੱਗੇ ਇਹ ਜਿਹੜਾ ਸਾਡਾ ਬਚਿਆ ਹੋਇਆ ਭੋਜਨ ਸੀਤ ਪ੍ਰਸਾਦ ਹੈ, ਉਹ ਸਾਹਮਣੇ ਜਿਹੜਾ ਸੇਵਕ ਬੈਠਾ, ਉਹ ਪੁਰਖ ਬੈਠਾ, ਉਹਦੇ ਮਨ ਦੀ ਭਾਵਨਾ ਹੈ ਭੋਜਨ ਉਹਨੂੰ ਦੇਣਾ ਕਰੋ। ਸੁਨਤੇ ਆਨੰਦ ਬਿਲੰਦ ਪਾ ਲੈ ਕਰ ਤਬ ਖਾਇਓ। ਹੁਣ ਅਮਰਦਾਸ ਜੀ ਦੇ ਹਿਰਦੇ ਦੇ ਅੰਦਰ ਹੋਰ ਆਨੰਦ ਵਧਿਆ ਕਿ ਸਤਿਗੁਰੂ ਪਾਤਸ਼ਾਹ ਤਾਂ ਘਟ ਘਟ ਦੀਆਂ ਜਾਣਨ ਵਾਲੇ ਨੇ। ਮੇਰੇ ਮਨ ਅੰਦਰ ਜਿਹੜਾ ਭਾਵਨਾ ਬਣੀ ਸੀ, ਫੁਰਨਾ ਬਣਿਆ ਸੀ, ਉਹ ਗੁਰੂ ਪਾਤਸ਼ਾਹ ਜੀ ਨੇ ਜਾਣ ਲਿਆ। ਸਤਿਗੁਰੂ ਪਾਤਸ਼ਾਹ ਜੀ ਦਾ ਸੀਤ ਪ੍ਰਸਾਦ ਪ੍ਰਾਪਤ ਕਰਕੇ ਬੜੇ ਆਨੰਦ ਨਾਲ, ਬੜੇ ਪ੍ਰੇਮ ਦੇ ਨਾਲ ਛਕਣ ਲੱਗੇ ਹਨ। ਨਿਸ਼ਚਲ ਨਿਸ਼ਚੈ ਚਿਤ ਪਇਓ ਸਮ ਮੇਰ ਥਿਰਾਇਓ। ਹੁਣ ਪੂਰਨ ਦ੍ਰਿੜ ਵਿਸ਼ਵਾਸ ਜਿਹੜਾ ਤੇ ਮਨ ਦੋਵੇਂ ਸਥਿਰ ਹੋ ਗਏ। ਕਿਵੇਂ? ਜਿਵੇਂ ਸੁਮੇਰ ਪਰਬਤ ਹੈ ਉਸ ਤਰ੍ਹਾਂ ਦੇ ਨਾਲ ਜਿਹੜਾ ਸਥਿਰ ਅਟਲ ਹੋ ਗਏ। ਹੁਣ ਕਦੇ ਨਾ ਨਿਸ਼ਚਾ ਵਿਸ਼ਵਾਸ ਡੋਲਦਾ ਨਾ ਮਨ ਡੋਲਦਾ। ਐਸੀ ਜਿਹੜੀ ਆ ਸੁਮੇਰ ਪਰਬਤ ਵਾਲੀ ਹੁਣ ਜਿਹੜੀ ਹਾਲਤ ਬਣੀ ਹੈ। ਪਈ ਸ਼ਾਂਤ ਦੁਬਿਧਾ ਨਸੀ ਮਨ ਤਹਾਂ ਟਿਕਾਵਾ। ਜਿਹੜੇ ਮਨ ਦੇ ਅੰਦਰ ਦੁਬਿਧਾ ਸੀ ਉਹ ਦੁਬਿਧਾ ਖਤਮ ਹੋ ਗਈ ਤੇ ਹਿਰਦੇ ਦੇ ਅੰਦਰ ਸ਼ਾਂਤੀ ਵਰਤ ਗਈ। ਮਨ ਜਿਹੜਾ ਸੀ ਸਦਾ ਲਈ ਗੁਰਚਰਨਾਂ ਦੇ ਵਿੱਚ ਟਿਕ ਗਿਆ ਹੈ। ਪਾਨ ਕਰਿਓ ਜਲ ਧੋਏ ਕਰ ਬਾਹਰ ਪੁਨਿਆਵਾ। ਜਲ ਪਾਨ ਕੀਤਾ, ਚੂਲਾ ਆਦਿਕ ਕੀਤਾ, ਹੱਥ ਧੋਤੇ, ਭੋਜਨ ਛਕ ਕਰਕੇ ਫਿਰ ਬਾਹਰ ਆਏ ਹਨ। ਰਿਓ ਇਕੰਤ ਸੋ ਬੈਠ ਕਰ ਸਭ ਦਿਵਸ ਬਿਤਾਇਓ। ਭੋਜਨ ਛਕ ਕੇ ਸਾਰਾ ਦਿਨ ਇਕਾਂਤ ਵਿੱਚ ਬੈਠੇ, ਇਕਾਂਤ ਵਿੱਚ ਬੈਠ ਕੇ
ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਸਿਮਰਨ ਕਰਦੇ ਹਨ। ਭੋਜਨ ਕੋ ਜਬ ਸਮੋ ਹੋਏ ਤਬ ਅੰਤਰੇ ਆਇਓ। ਜਦੋਂ ਭੋਜਨ ਦਾ ਸਮਾਂ ਹੁੰਦਾ, ਭੋਜਨ ਛਕਣ ਦਾ ਸਮਾਂ ਹੁੰਦਾ, ਤਿਆਰ ਹੋ ਜਾਂਦਾ ਭੋਜਨ, ਉਦੋਂ ਭੋਜਨ ਛਕਣ ਵਾਸਤੇ ਚੱਲ ਕੇ ਲੰਗਰ ਦੇ ਵਿੱਚ ਪਹੁੰਚ ਜਾਂਦੇ ਨੇ ਤੇ ਸਾਰਾ ਦਿਨ ਉਹ ਪਰਮੇਸ਼ਰ ਦਾ ਸਿਮਰਨ ਕਰਦਿਆਂ ਗੁਰਚਰਨਾਂ ਦਾ ਧਿਆਨ ਧਰ ਕੇ ਬਤੀਤ ਕਰਦੇ। ਭੋਜਨ ਦੇ ਸਮੇਂ ਕੇਵਲ ਅੰਦਰ ਚੱਲ ਕੇ ਆਉਂਦੇ ਹਨ। ਪੰਕਤ ਮੈਂ ਬੈਠੇ ਤਹਾਂ ਜੋ ਦੇਹ ਸੁਖਾਵੇ। ਪੰਗਤ ਦੇ ਵਿੱਚ ਬੈਠ ਜਾਂਦੇ, ਜੋ ਵਰਤਾਰਾ ਪੰਗਤ ਦੇ ਵਿੱਚ ਵਰਤ ਜਾ ਦੋ ਮਿਲਦਾ ਉਹ ਲੈ ਕਰਕੇ ਬੜੇ ਪ੍ਰੇਮ ਨਾਲ ਛਕ ਲੈਂਦੇ ਹਨ। ਪੁਨੇ ਇਕਾਕੀ ਹੋਏ ਕਰ ਪ੍ਰਭ ਗੁਣ ਮਨ ਲਾਵੇ। ਫਿਰ ਇਕਾਂਤ ਹੋ ਜਾਂਦੇ, ਭੋਜਨ ਛਕਣ ਤੋਂ ਬਾਅਦ ਫਿਰ ਇਕਾਂਤ ਵਿੱਚ ਬੈਠ ਜਾਂਦੇ ਤੇ ਆਪਣਾ ਮਨ ਪ੍ਰਭੂ ਦੇ ਸਿਮਰਨ ਵਿੱਚ ਜੋੜ ਲੈਂਦੇ ਹਨ। ਚੋਪਈ ਇਸ ਪ੍ਰਕਾਰ ਦਿਨ ਕਿਤਕ ਬਿਤਾਏ। ਇਸ ਪ੍ਰਕਾਰ ਦੇ ਨਾਲ ਕਈ ਦਿਨ ਦਾ ਸਮਾਂ ਬਤੀਤ ਹੋਇਆ। ਭੋਜਨ ਛਕਣਾ, ਸਾਰਾ ਦਿਨ ਪ੍ਰਭੂ ਦੀ ਇਬਾਦਤ ਵਿੱਚ ਬੈਠਣਾ, ਧੰਨ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਪ੍ਰਭੂ ਦਾ ਸਿਮਰਨ ਕਰਦੇ ਰਹਿਣਾ ਤੇ ਇਸ ਪ੍ਰਕਾਰ ਦੇ ਨਾਲ ਕਈ ਦਿਨ ਦਾ ਜਦੋਂ ਸਮਾਂ ਜਿਹੜਾ ਉਹ ਬਤੀਤ ਹੋਇਆ। ਰਹੇ ਵੈਰਲੇ ਭੋਜਨ ਖਾਏ। ਹੁਣ ਆਉਂਦੇ ਚੱਲ ਕੇ ਭੋਜਨ ਦਾ ਸਮਾਂ ਹੁੰਦਾ, ਭੋਜਨ ਛਕ ਲੈਂਦੇ, ਸਿਮਰਨ ਕਰਦੇ, ਇਸ ਤਰ੍ਹਾਂ ਦੇ ਨਾਲ ਸਮਾਂ ਜਿਹੜਾ ਲੰਘ ਰਿਹਾ ਹੈ। ਸ਼੍ਰੀ ਅੰਗਦ ਪੁਨ ਨਹੀਂ ਬੁਲਾਇਓ। ਉਧਰੋਂ ਹੁਣ ਧੰਨ ਸ਼੍ਰੀ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੇ ਵੀ ਮੁੜ ਕੇ ਬੁਲਾਇਆ ਨਹੀਂ। ਇਹ ਨਹੀਂ ਪੁੱਛਿਆ ਕਿ ਅਮਰਦਾਸ ਜੀ ਚੱਲ ਕੇ ਆਏ, ਕਿੱਥੇ ਨੇ। ਹੁਣ ਕਦੀ ਵੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਆਪਣੇ ਕੋਲ ਬੁਲਾਉਣਾ ਨਹੀਂ ਕੀਤਾ। ਕਬਹੁ ਨ ਬਚ ਸ਼੍ਰੀ ਮੁਖ ਫੁਰਮਾਇਓ। ਕਦੇ ਵੀ ਗੁਰੂ ਪਾਤਸ਼ਾਹ ਜੀ ਨੇ ਆਪਣੇ ਮੁਖ ਤੋਂ ਬੁਲਾਉਣ ਵਾਸਤੇ ਕੋਈ ਬਚਨ ਕਦੇ ਵੀ ਫਰਮਾਇਆ ਨਹੀਂ। ਨੈ ਸੰਗਤ ਮੈਂ ਮਿਲੇ ਲਜਾਵੇ। ਇਹ ਹੁਣ ਸੰਗਤ ਦੇ ਵਿੱਚ ਵੀ ਚੱਲ ਕੇ ਨਹੀਂ ਬੈਠਦੇ, ਮਨ ਅੰਦਰ ਕੁਝ ਲੱਜਾ ਰੱਖ ਕਰਕੇ ਸੰਗਤ ਦੇ ਵਿੱਚ ਨਹੀਂ ਬੈਠਦੇ, ਇਕਾਂਤ ਰਹਿਣਾ, ਇਕਾਂਤ ਬੈਠ ਕੇ ਪ੍ਰਭੂ ਦੀ ਇਬਾਦਤ ਕਰਦੇ ਰਹਿਣਾ। ਮਿਲ ਕਰ ਤੈ ਆਹਾਰ ਕੋ ਖਾਵੇ। ਪਰ ਸੰਗਤ ਵਿੱਚ ਮਿਲ ਕੇ ਬੈਠ ਕੇ ਭੋਜਨ ਜ਼ਰੂਰ ਛਕ ਲੈਂਦੇ। ਜਦੋਂ ਸੰਗਤ ਪੰਗਤ ਸਜਦੇ, ਪੰਗਤ ਵਿੱਚ ਬੈਠ ਕੇ ਸੰਗਤਾਂ ਨਾਲ ਭੋਜਨ ਛਕ ਲੈਣਾ। ਵੈਸੇ ਸੰਗਤ ਵਿੱਚ ਚੱਲ ਕੇ ਨਹੀਂ ਸਮਝਾਉਂਦੇ, ਇਕਾਂਤ ਬੈਠ ਕੇ ਪ੍ਰਭੂ ਦੀ ਪਰਮੇਸ਼ਰ ਦੀ ਬੰਦਗੀ ਕਰਦੇ। ਸ਼੍ਰੀ ਪਰਮੇਸ਼ਰ ਨਾਮ ਬਖਾਨੇ। ਵਾਹਿਗੁਰੂ ਪਰਮੇਸ਼ਰ ਦਾ ਨਾਮ ਜਿਹੜਾ ਹਰ ਵੇਲੇ ਉਹਦਾ ਵਿਖਿਆ ਉਚਾਰਨ ਕਰਦੇ ਰਹਿੰਦੇ, ਸਿਮਰਦੇ ਰਹਿੰਦੇ ਹਨ। ਅਬ ਨਾ ਜਾਉ ਕਿਤ ਦ੍ਰਿੜ ਨਿਤ ਠਾਨੇ। ਹੁਣ ਕਹਿੰਦੇ ਮੈਨੂੰ ਕਿਤੇ ਜਾਣ ਦੀ ਲੋੜ ਨਹੀਂ, ਮੈਂ ਜਿੱਥੇ ਪਹੁੰਚਣਾ ਸੀ ਆਪਣੇ ਮੰਜ਼ਿਲ ਤੇ ਪਹੁੰਚ ਗਿਆ। ਹੁਣ ਭਟਕਣ ਦੇ ਥਾਂ ਥਾਂ ਤੇ ਜਾਣ ਦੀ ਲੋੜ ਨਹੀਂ। ਇਸ ਪ੍ਰਕਾਰ ਦੇ ਨਾਲ ਮਨ ਜਿਹੜਾ ਉਹ ਇੱਥੇ ਹੀ ਟਿਕਾ ਲਿਆ, ਦ੍ਰਿੜ ਇਰਾਦਾ ਕਰ ਲਿਆ। ਦੋਹਰਾ ਕਿਤਕ ਦਿਓਸ ਬੀਤੇ ਜਬੇ ਚਿਤ ਮੈਂ ਚਿਤਵਨ ਕੀਨ। ਇਸ ਤਰ੍ਹਾਂ ਦੇ ਨਾਲ ਕਈ ਦਿਨ ਬਤੀਤ ਹੋ ਗਏ। ਭੋਜਨ ਛਕਣਾ, ਸਾਰਾ ਦਿਨ ਪਰਮੇਸ਼ਰ ਦੀ ਬੰਦਗੀ ਕਰਨੀ, ਸਿਮਰਨ ਕਰਦੇ ਰਹਿਣਾ। ਕਈ ਦਿਨ ਦਾ ਸਮਾਂ ਜਦੋਂ ਇਸ ਤਰ੍ਹਾਂ ਦੇ ਨਾਲ ਬਤੀਤ ਹੋਇਆ। ਸੇਵਾ ਚਾਹੀਏ ਗੁਰੂ ਕੀ ਜਿਸ ਤੇ ਹੋਏ ਪ੍ਰਸੀਨ। ਤੇ ਮਨ ਵਿੱਚ ਖਿਆਲ ਆਇਆ, ਫੁਰਨਾ ਆਇਆ ਕਿ ਮੈਂ ਸਾਰਾ ਦਿਨ ਭੋਜਨ ਛਕ ਲੈਣਾ, ਭੋਜਨ ਛਕਣ ਤੋਂ ਬਾਅਦ ਬੈਠ ਕੇ ਪ੍ਰਭੂ ਦੀ ਇਬਾਦਤ ਕਰ ਲੈਣਾ, ਪਰ ਗੁਰੂ ਦੀ ਸੇਵਾ ਨਹੀਂ ਕਰਦਾ। ਗੁਰੂ ਦੀ ਸੇਵਾ ਕਰਨੀ ਚਾਹੀਦੀ ਹੈ ਤਾਂ ਕਿ ਗੁਰੂ ਦੀ ਪ੍ਰਸੰਨਤਾ ਮਿਲ ਜਾਵੇ, ਗੁਰੂ ਸੇਵਾ ਤੋਂ ਪ੍ਰਸੰਨ ਹੋ ਜਾਣ। ਇਸ ਕਰਕੇ ਗੁਰੂ ਸਾਹਿਬ ਜੀ ਦੀ ਸੇਵਾ ਜ਼ਰੂਰ ਕਰਨੀ ਚਾਹੀਦੀ ਹੈ। ਸਵਈਆ ਚੰਦ ਬੇਪਰਵਾਹ ਗੁਰੂ ਹੈ ਜਦਪ ਚਿਤ ਮੈਂ ਜਿਨ ਕੇ ਚਾਹ ਨ ਕੋਏ। ਧੰਨ ਗੁਰੂ ਅੰਗਦ ਦੇ ਪਾਤਸ਼ਾਹ ਜੀ ਬੇਪਰਵਾਹ ਹਨ, ਜਿਨ੍ਹਾਂ ਦੇ ਮਨ ਅੰਦਰ ਚਿੱਤ ਵਿੱਚ ਕੋਈ ਚਾਹਨਾ ਨਹੀਂ, ਉਹ ਬੇਪਰਵਾਹ ਹਨ ਸਤਿਗੁਰੂ ਜੀ। ਤਤ ਦਾਸ ਨਿਜ ਧਰਮ ਵਿਚਾਰੇ ਸੇਵਾ ਕਰੇ ਪਾਉ ਮਨ ਭੋਏ। ਸੇਵਕ ਦਾ ਇਹ ਧਰਮ ਬਣਦਾ ਸਿੱਖ ਦਾ ਕਿ ਮਨ ਦੇ ਅੰਦਰ ਭਾਵਨਾ ਰੱਖ ਕੇ
ਉਹ ਗੁਰੂ ਦੀ ਸੇਵਾ ਕਰੇ। ਗੁਰੂ ਦੇ ਮਨ ਅੰਦਰ ਕੋਈ ਚਾਹਨਾ ਨਹੀਂ ਕਿ ਕੋਈ ਮੇਰੀ ਸੇਵਾ ਕਰੇ ਜਾਂ ਨਾ ਕਰੇ। ਗੁਰੂ ਨੂੰ ਇਹਦੇ ਨਾਲ ਕੋਈ ਫਰਕ ਨਹੀਂ। ਇਹ ਤਾਂ ਸੇਵਕ ਦਾ ਧਰਮ ਬਣਦਾ ਹੈ ਸਿੱਖ ਦਾ, ਕਿ ਉਹ ਗੁਰੂ ਦੀ ਸੇਵਾ ਕਰੇ, ਭਾਵਨਾ ਨਾਲ, ਪ੍ਰੇਮ ਨਾਲ ਗੁਰੂ ਦੀ ਸੇਵਾ ਕਰੇ। प्रथम जुगन में तप को तापे छुदा पिपासा सह कर सोए। ਪਹਿਲੇ ਜਿਹੜੇ ਯੁੱਗ ਹੋਏ ਹਨ ਉਹਨਾਂ ਯੁੱਗਾਂ ਦੇ ਵਿੱਚ ਲੋਕ ਭਗਤੀ ਕਰਦੇ ਸੀ, ਭੁੱਖੇ ਰਹਿ ਕੇ, ਭੋਜਨ ਨਹੀਂ ਛਕਣਾ, ਭੁੱਖੇ ਰਹਿ ਕੇ ਭਗਤੀ ਕਰਨੀ, ਪਾਣੀ ਨਹੀਂ ਪੀਣਾ, ਪਿਆਸੇ ਰਹਿ ਕੇ ਭਗਤੀ ਕਰਨੀ। ਇਸ ਪ੍ਰਕਾਰ ਦੇ ਨਾਲ ਬੜੇ ਕਠਿਨ ਤਰੀਕਿਆਂ ਦੇ ਨਾਲ ਜਿਹੜੇ ਉਹ ਪਹਿਲੇ ਯੁੱਗਾਂ ਦੇ ਵਿੱਚ ਲੋਕ ਭਗਤੀ ਕਰਦੇ ਸਨ। पंचांगन तापे जल पैठे बरखा सही नगन तन होए। ਪੰਜ ਧੂਣੀਆਂ ਤਾ ਲੈਣੀਆਂ ਤੇ ਉਹ ਪੰਜ ਧੂਣੀਆਂ ਤਾ ਕੇ ਉਹਨਾਂ ਦੇ ਵਿੱਚ ਬੈਠ ਕੇ ਉਸ ਪਰਮੇਸ਼ਰ ਦੀ ਬੰਦਗੀ ਕਰਨੀ। ਫਿਰ ਜਲ ਬੈਠੇ, ਜਲ ਦੇ ਵਿੱਚ ਬੈਠ ਕੇ ਉਸ ਪਰਮੇਸ਼ਰ ਦੀ ਬੰਦਗੀ ਤਪ ਕਰਨਾ। ਇਸ ਪ੍ਰਕਾਰ ਦੇ ਨਾਲ ਫਿਰ ਤਨ ਜਿਹੜਾ ਹੈ ਉਹ ਤਨ ਦੇ ਵਸਤਰ ਉਤਾਰ ਕੇ ਨਗਨ ਤਨ ਦੇ ਉੱਤੇ ਜਿਹੜੀ ਵਰਖਾ ਉਹ ਸਹਿਣ ਕਰਨੀ। ਵਰਖਾ ਦਾ ਮੌਸਮ ਜਦੋਂ ਹੋਣਾ, ਬਰਸਾਤ ਪੈਣੀ ਤੇ ਤਨ ਦੇ ਵਸਤਰ ਉਤਾਰ ਲੈਣੇ। ਉਹ ਜਿਹੜੀ ਤਾਂ ਵਰਖਾ ਉਹ ਆਪਣੇ ਤਨ ਦੇ ਉੱਤੇ ਸਹਿਣ ਕਰਨੀ। ਇਸ ਪ੍ਰਕਾਰ ਦੇ ਨਾਲ ਇਹਨਾਂ ਤਰੀਕਿਆਂ ਦੇ ਨਾਲ ਲੋਕ ਜਿਹੜਾ ਸੀ ਉਹ ਤਪ ਕਰਦੇ। एक चरण पर ठांडे होवत ऊरद बाहु किते रांते। ਤੇ ਕਈ ਇੱਕ ਪੈਰ ਤੇ ਖੜੇ ਹੋ ਕੇ ਮਨ ਵਿੱਚ ਖਿਆਲ ਵਿਚਾਰਦੇ ਨੇ ਕਿ ਪਹਿਲੇ ਯੁੱਗਾਂ ਦੇ ਵਿੱਚ ਜਿਹੜੇ ਭਗਤੀ ਤਪ ਕਰਨ ਦਾ ਢੰਗ ਸੀ, ਤਰੀਕਾ ਸੀ, ਉਹ ਕੋਈ ਤਾਂ ਇਸ ਪ੍ਰਕਾਰ ਦੇ ਨਾਲ ਭੁੱਖਾ ਰਹਿ ਕੇ ਕਰਦਾ, ਕੋਈ ਪਿਆਸਾ ਰਹਿ ਕੇ ਕਰਦਾ, ਕੋਈ ਪੰਜ ਧੂਣੀਆਂ ਤਾ ਕੇ ਕਰਦਾ, ਕੋਈ ਜਲ ਵਿੱਚ ਬੈਠ ਕੇ ਕਰਦਾ, ਜਾਂ ਬਰਸਾਤ ਤਨ ਤੇ ਸਹਿੰਦਾ, ਜਾਂ ਫਿਰ ਕਈ ਜਿਹੜੇ ਨੇ ਉਹ ਇੱਕ ਪੈਰ ਤੇ ਖੜੇ ਹੋ ਕੇ ਉਹ ਪਰਮੇਸ਼ਰ ਦੀ ਜਿਹੜੀ ਹੈ ਬੰਦਗੀ ਕਰਦੇ, ਤਪ ਕਰਦੇ। ਇਸ ਪ੍ਰਕਾਰ ਦੇ ਨਾਲ ਉੱਪਰ ਨੂੰ ਕਰੇ ਬਾਹਾਂ, ਉੱਪਰ ਨੂੰ ਬਾਹਾਂ ਕਰਕੇ ਜਿਹੜੀਆਂ ਨੇ ਉਹ ਤਪ ਕਰਦੇ। कै लटकत है ऊपर पद कर चाहे प्रसन्न होए भगवंत। ਤੇ ਕਈ ਜਿਹੜਾ ਉਹ ਸਿਰ ਥੱਲੇ ਕਰ ਲੈਂਦੇ ਤੇ ਪੈਰ ਉੱਪਰ ਨੂੰ ਕਰ ਲੈਂਦੇ, ਪੁੱਠੇ ਲਟਕ ਕੇ ਉਹ ਪਰਮੇਸ਼ਰ ਦੀ ਬੰਦਗੀ ਕਰਦੇ, ਤਪ ਕਰਦੇ ਕਿ ਕਿਤੇ ਨਾ ਕਿਤੇ ਪਰਮੇਸ਼ਰ ਜਿਹੜਾ ਉਹ ਸਾਡੇ ਤੇ ਪ੍ਰਸੰਨ ਹੋਵੇ, ਪ੍ਰਸੀਦ ਜਾਵੇ, ਸਾਡੇ ਤੇ ਕਿਰਪਾ ਕਰ ਦੇਵੇ। ਇਸ ਪ੍ਰਕਾਰ ਦੇ ਨਾਲ ਪੁੱਠੇ ਲਟਕ ਕੇ ਪੈਰ ਉੱਪਰ ਕਰਕੇ ਸਿਰ ਥੱਲੇ ਕਰਕੇ ਤਪ ਕਰਦੇ। सो तप फल अब कली काल में सतसंगत सेवन करे अंत। ਹੁਣ ਕਲਯੁਗ ਦਾ ਸਮਾਂ, ਕਲਯੁਗ ਦੇ ਵਿੱਚ ਸੇਵਾ ਦਾ ਫਲ ਸਭ ਤੋਂ ਉੱਤਮ ਹੈ। ਪਹਿਲੇ ਸਮਿਆਂ ਵਿੱਚ ਬੜੇ ਬੜੇ ਕਠਿਨ ਜਿਹੜਾ ਤਪ ਕਰਕੇ ਤਨ ਤੇ ਦੁੱਖ ਸਹਿ ਕੇ, ਤਨ ਨੂੰ ਦੁੱਖ ਦੇ ਕੇ ਤਪ ਕਰਨਾ, ਤੇ ਹੁਣ ਤਾਂ ਜਿਹੜਾ ਕਲਯੁਗ ਦਾ ਸਮਾਂ ਹੈ ਇਹਦੇ ਵਿੱਚ ਤਾਂ ਬਹੁਤ ਗੁਰੂ ਸਾਹਿਬ ਨੇ ਕਿਰਪਾ ਕਰਕੇ ਸੌਖਾ ਕਰ ਦਿੱਤਾ ਕਿ ਜਿਹੜਾ ਭਾਵਨਾ ਦੇ ਸਹਿਤ, ਪ੍ਰੇਮ ਦੇ ਸਹਿਤ ਗੁਰੂ ਦੀ ਸੇਵਾ ਕਰਦਾ ਹੈ ਉਹ ਸਾਰਾ ਕੁਝ ਕਰਨ ਦੀ ਲੋੜ ਨਹੀਂ, ਸਭ ਤੋਂ ਉੱਤਮ ਫਲ ਪ੍ਰਾਪਤ ਹੁੰਦਾ ਹੈ ਗੁਰੂ ਦੀ ਸੇਵਾ ਕਰਕੇ। सत श्री अकाल। सतगुरु की सेवा सफल है जे को करे चित लाए, मन चिंदिया फल पावना हौमै विचों जाए। पर सेवा गुरु साहिब जी ने क्या केड़ी प्रवान है, सा सेवा कीती सफल है जब सतगुरु का मन मन्ने। जब सतगुरु का मन मन्निया तब पाप कसम्बन भन्ने, ओ सेवा प्रवान है। ਜਿਹੜੇ ਗੁਰੂ ਦੀ ਰਜ਼ਾ, ਗੁਰੂ ਦੇ ਹੁਕਮ ਵਿੱਚ ਰਹਿ ਕੇ, ਗੁਰੂ ਦੇ ਭਾਣੇ ਵਿੱਚ ਰਹਿ ਕੇ, ਹਉਮੈ ਹੰਕਾਰ ਤੋਂ ਰਹਿਤ ਹੋ ਕੇ ਨਿਮਰਤਾ ਵਿੱਚ ਸੇਵਾ ਕਰੇ, ਆਪਣਾ ਆਪ ਨਾ ਜਨਾਵੇ ਕਿ ਮੈਂ ਸੇਵਾ ਕਰਦਾ, ਮੈਂ ਆਹ ਕਰਦਾ, ਮੈਂ ਇੰਨੇ ਸੇਵਾ ਕਰਦਾ, ਮੈਂ ਇੰਨੇ ਘੰਟੇ ਸੇਵਾ ਕਰਦਾ। ਪਾਤਸ਼ਾਹ ਕਹਿੰਦੇ ਕਿ ਹੁਣ ਤਾਂ ਜਿਹੜਾ ਸਮਾਂ ਹੈ ਅਮਰਦਾਸ ਵਿਚਾਰਨ ਲੱਗੇ, ਕਲਯੁਗ ਦੇ ਸਮੇਂ ਅੰਦਰ ਗੁਰੂ ਕੀ ਸੇਵਾ ਸਾਰਿਆਂ ਤੋਂ ਸਰਬੋਤਮ ਹੈ। ਗੁਰੂ ਕੀ ਸੇਵਾ ਕਰਕੇ ਸਭ ਤੋਂ ਉੱਤਮ ਫਲ ਦੀ ਪ੍ਰਾਪਤੀ ਹੁੰਦੀ ਹੈ। जल टोवन अर लकड़ी लियावन ਕਰਨ ਬੀਜਨੋ ਪ੍ਰਭ ਸਿਮਰੰਤ। ਜਿਹੜੇ ਸੇਵਾ ਜਲ ਢੋਣਾ, ਜੰਗਲ ਵਿੱਚੋਂ ਲੱਕੜਾਂ ਕੱਟ ਕੇ ਲਿਆਉਣੀਆਂ ਗੁਰੂ ਕੇ ਲੰਗਰਾਂ ਦੇ ਵਾਸਤੇ, ਗੁਰੂ ਕੀਆਂ ਸੰਗਤਾਂ ਨੂੰ ਬੀਜਣਾ, ਪੱਖਾ ਝੱਲਣ ਦੀ ਸੇਵਾ ਕਰਨੀ ਪ੍ਰੇਮ ਸਹਿਤ। ਇਹ ਸੇਵਾਵਾਂ ਗੁਰੂ ਦੇ ਦਰ ਤੇ ਕਰਨੀਆਂ ਪ੍ਰੇਮ ਦੇ ਸਹਿਤ। ਚਰਨ ਪਖਾਰਨ ਅੰਨ ਪਕਾਵਨ
ਇਤਿਆਦਿਕ ਜੇਤਕ ਹੈ ਆਨ। ਚਰਨ ਪਖਾਰਨ, ਚਰਨ ਧੋਣੇ, ਗੁਰੂ ਦੀ ਸੇਵਾ ਕਰਨੀ, ਗੁਰੂ ਕੇ ਸੰਗਤਾਂ ਦੀ ਸੇਵਾ ਕਰਨੀ, ਲੰਗਰ ਤਿਆਰ ਕਰਨ ਦੀ ਸੇਵਾ ਕਰਨੀ, ਜਿਹੜੇ ਆਦਿਕ ਇਹ ਗੁਰੂ ਘਰ ਦੇ ਅੰਦਰ ਸੇਵਾ ਹੈ। ਮਿਲ ਸਤ ਸੰਗ ਕਰਨ ਜੋ ਸੇਵਾ, ਅਧਿਕ ਤਪਨ ਫਲ ਹੋਏ ਮਹਾਨ। ਜਿਹੜੇ ਸੰਗਤ ਦੇ ਵਿੱਚ ਮਿਲ ਕੇ ਸੇਵਾ ਕਰਦੇ ਨੇ, ਸਤ ਸੰਗਤ ਵਿੱਚ ਆ ਕਰਕੇ, ਉਹ ਸਤ ਸੰਗਤ ਦੇ ਵਿੱਚ ਮਿਲ ਕੇ ਕੀਤੀ ਹੋਈ ਸੇਵਾ ਸਾਰਿਆਂ ਤੋਂ, ਸਾਰਿਆਂ ਤਪਾਂ ਤੋਂ, ਤਪਾ ਸਿਰ ਤਪ ਹੈ, ਸਾਰਿਆਂ ਤਪਾਂ ਤੋਂ ਤਪ ਹੈ ਜਿਹੜਾ ਫਲ ਆ ਉਹਦਾ ਮਹਾਨ ਫਲ ਪ੍ਰਾਪਤ ਹੁੰਦਾ ਹੈ। ਇਮ ਵਿਚਾਰ ਸ਼੍ਰੀ ਅਮਰ ਕਰਿਓ, ਔਰ ਆਨ ਨੀਰ ਆਪਣੇ ਪਾਨ। ਤੇ ਹੁਣ ਇਸ ਪ੍ਰਕਾਰ ਦੇ ਨਾਲ ਹਿਰਦੇ ਦੇ ਅੰਦਰ ਵਿਚਾਰ ਕੀਤੇ ਅਮਰਦਾਸ ਜੀ ਨੇ ਕਿ ਗੁਰੂ ਦੀ ਸੇਵਾ ਕਰਨੀ ਬਹੁਤ ਜ਼ਰੂਰੀ ਹੈ, ਸਿੱਖ ਦਾ ਧਰਮ ਬਣਦਾ ਸੇਵਾ ਕਰਨੀ, ਇਸ ਕਰਕੇ ਜਲ ਢੋਣ ਦੀ ਸੇਵਾ ਕਰਨ ਲੱਗੇ ਹਨ। ਨਿਤ ਸਤ ਸੰਗਤ ਦੇਵਨ ਠਾਨੋ, ਅਰ ਸਤਿਗੁਰ ਤਨ ਕਰੇ ਇਸ਼ਨਾਨ। ਗਾਗਰ ਲੈਣੀ, ਗਾਗਰ ਲੈ ਕੇ ਬਿਆਸ ਦਰਿਆ ਤੋਂ ਆ ਕੇ ਜਲ ਦੇ ਭਰ ਕੇ ਲਿਜਾਣੀ, ਉਹ ਜਲ ਦੇ ਨਾਲ ਜਿੰਨੇ ਕੁ ਲੋੜ ਲੰਗਰ ਵਿੱਚ ਹੁੰਦੀ ਉਹ ਜਲ ਉੱਥੇ ਵਰਤਣਾ। ਫਿਰ ਅੱਗੇ ਜਿਹੜੀ ਗਾਗਰ ਹੈ ਗੁਰੂ ਸਾਹਿਬ ਦੇ ਇਸ਼ਨਾਨ ਵਾਸਤੇ ਭਰ ਕੇ ਲਿਆਉਣੀ, ਗੁਰੂ ਸਾਹਿਬ ਜੀ ਦਾ ਇਸ਼ਨਾਨ ਕਰਵਾਉਣਾ। ਮਿਲ ਸਿੱਖਨ ਮੈਂ ਪਨਿਓ ਸਬਨ ਕੋ, ਜਲ ਕੀ ਸੇਵਾ ਦਿਓ ਮੁਝ ਦਾਨ। ਸਿੱਖਾਂ ਨੂੰ ਮਿਲ ਕੇ ਬੇਨਤੀ ਕੀਤੀ ਹੈ ਅਮਰਦਾਸ ਜੀ ਨੇ, ਕਹਿਣ ਲੱਗੇ ਕਿ ਮੇਰੇ ਤੇ ਇੱਕ ਕਿਰਪਾ ਕਰੋ ਸਾਧ ਸੰਗਤ ਜੀਓ, ਇਹ ਜਿਹੜੀ ਜਲ ਢੋਣ ਦੀ ਸੇਵਾ ਹੈ ਇਹ ਮੈਨੂੰ ਦਾਨ ਦੇ ਰੂਪ ਵਿੱਚ ਦੇ ਦਿਓ, ਇਹ ਮੇਰੇ ਤੇ ਕਿਰਪਾ ਕਰ ਦਿਓ ਕਿ ਜਲ ਢੋਣ ਦੀ ਸੇਵਾ ਮੈਨੂੰ ਬਖਸ਼ ਦੇਵੋ। ਆਇਸ ਲੈ ਕਰ ਕਲਸ ਉਚਾਇਓ, ਸਿਰ ਧਰ ਲਿਆਵਤ ਹੈ ਤਿਸ ਥਾਨ। ਆਗਿਆ ਪਾ ਕੇ ਗਾਗਰ ਲਈ ਹੈ, ਗਾਗਰ ਲੈ ਕੇ ਜਲ ਦੇ ਭਰ ਕੇ ਸਿਰ ਤੇ ਚੁੱਕ ਕੇ ਬੜੇ ਪ੍ਰੇਮ ਦੇ ਨਾਲ ਸਿਮਰਨ ਕਰਦੇ ਆ, ਭਰ ਕੇ ਲਿਆਉਂਦੇ ਹਨ। ਦੇਤ ਰਸੋਈ ਮੈਂ ਜੈ ਜੇਤਤ, ਸਿੱਖਨ ਕੋ ਕਰਵਾਵੇਂ ਪਾਨ। ਜਿੰਨਾ ਜਲ ਦੇ ਲੋੜ ਹੁੰਦੇ ਉਹ ਲੰਗਰ ਵਾਸਤੇ ਲਿਆਉਂਦੇ, ਰਸੋਈ ਵਾਸਤੇ ਜਲ ਦਿੰਦੇ, ਉੱਥੇ ਵਰਤਦੇ, ਸਿੱਖਾਂ ਨੂੰ ਸੰਗਤਾਂ ਨੂੰ ਜਲ ਛਕਾਉਂਦੇ ਹਨ, ਇਹ ਸੇਵਾ ਕਰਨ ਲੱਗੇ। ਮਨ ਨੀਵੋਂ ਕਰ ਸਾਦਰ ਬੋਲੇ, ਨੈ ਡੋਲੇ ਬੁੱਧ ਕੋ ਦ੍ਰਿੜ ਠਾਨ। ਸੇਵਾ ਕਿਵੇਂ ਕਰਨੀ ਹੈ? ਮਨ ਨੀਵੋ ਕਰ, ਮਨ ਨੂੰ ਨੀਵਾ ਕਰਕੇ, ਹੰਕਾਰ ਦੇ ਘੋੜੇ ਤੇ ਚੜ ਕੇ ਸੇਵਾ ਪ੍ਰਵਾਨ ਨਹੀਂ ਹੋਣੀ। ਮਨ ਨੀਵਾ ਕਰਕੇ ਅਮਰਦਾਸ ਜੀ ਸੇਵਾ ਕਰਦੇ ਨੇ, ਮਨ ਨੀਵਾ ਕਰਕੇ ਸਾਦਰ ਬੋਲੇ, ਉੱਚੀ ਨਹੀਂ ਬੋਲਦੇ, ਬੜਾ ਸਹਿਜ ਵਿੱਚ ਬੋਲਦੇ, ਬੜੇ ਪ੍ਰੇਮ ਵਿੱਚ ਬੋਲਦੇ ਹਨ, ਬੜੇ ਪ੍ਰੇਮ ਦੇ ਬੋਲ ਬੋਲਦੇ, ਬੜੇ ਸਹਿਜ ਵਿੱਚ, ਬੜੇ ਹੌਲੀ ਆਵਾਜ਼ ਵਿੱਚ ਬੋਲਦੇ ਹਨ। ਮੈਂ ਡੋਲਾ ਬੁੱਧ, ਹੁਣ ਬੁੱਧੀ ਜਿਹੜੀ ਉਹ ਡੋਲਦੇ ਨੇ, ਦ੍ਰਿੜ ਠਾਨ, ਹੁਣ ਜਿਹੜਾ ਦ੍ਰਿੜ ਨਿਸ਼ਚਾ ਉਹ ਠਾਨ ਲਿਆ ਹੈ, ਬੁੱਧ ਜਿਹੜੀ ਉਹ ਡੋਲਦੀ ਨਹੀਂ, ਬੜੇ ਪ੍ਰੇਮ ਦੇ ਨਾਲ ਸੇਵਾ ਕਰਦੇ ਹਨ। ਸ਼੍ਰੀ ਅੰਗਦ ਜਬ ਜਾਮ ਜਾਮਨੀ, ਜਾਗੇ ਮੱਜੇ ਥਿਤ ਤਿਸ ਕਾਲ। ਹੁਣ ਸਵਾ ਪਹਿਰ ਰਾਤ ਰਹਿੰਦੇ ਆ, ਧੰਨ ਗੁਰੂ ਅੰਗਦ ਦੇ ਪਾਤਸ਼ਾਹ ਜੀ ਜਾਗਦੇ, ਉੱਠਦੇ ਹਨ, ਸੌਚੇ ਇਸ਼ਨਾਨ ਕਰਨ ਦਾ ਸਮਾਂ ਹੁੰਦਾ, ਉਹ ਸਮੇਂ ਨੂੰ ਜਾਣਦਿਆਂ ਹੋਇਆ ਤਬ ਤੇ ਆਗੇ ਹੀ ਉੱਠ ਕਰਕੇ, ਜਲ ਆਨੇ ਪਰ ਕਲਸ ਵਿਸਾਲ। ਹੁਣ ਅੱਧੀ ਰਾਤ ਦਾ ਸਮਾਂ ਰਹਿੰਦੇ ਆ, ਅਮਰਦਾਸ ਜੀ ਨੇ ਉੱਠਣਾ, ਗਾਗਰ ਲੈਣੀ, ਗਾਗਰ ਲੈ ਕੇ ਬਿਆਸ ਦਰਿਆ ਤੋਂ ਜਲ ਦੇ ਭਰ ਕੇ ਲਿਆਉਣੇ ਗੁਰੂ ਸਾਹਿਬ ਜੀ ਦੇ ਇਸ਼ਨਾਨ ਕਰਨ ਵਾਸਤੇ। ਜਿਹੜਾ ਸਮਾਂ ਸੀ ਗੁਰੂ ਸਾਹਿਬ ਜੀ ਦੇ ਇਸ਼ਨਾਨ ਕਰਨ ਦਾ, ਉਦੋਂ ਪਹਿਲਾਂ ਗਾਗਰ ਜਲ ਦੇ ਭਰ ਕੇ ਲੈ ਕੇ ਪਹੁੰਚ ਜਾਣਾ। ਅਧਿਕ ਪ੍ਰੀਤ ਕਰ ਸੇਵਾ ਠਾਨੇ, ਨੇ ਅਕੁਲਾਵੇਂ ਬਲੇ ਸੰਭਾਲ। ਹੁਣ ਕਿਸੇ ਪ੍ਰਕਾਰ ਦੇ ਨਾਲ ਵੀ ਜਿਹੜਾ ਹੈ ਅਧਿਕ ਪ੍ਰੀਤ ਕਰ ਸੇਵਾ ਠਾਨਾ, ਬੜੇ ਪ੍ਰੀਤ ਕਰਕੇ, ਬੜੇ ਪ੍ਰੇਮ ਕਰਕੇ ਸੇਵਾ ਕਰਦੇ ਨੇ। ਤੇ ਜਿਹੜਾ ਸ਼ਕਤੀ ਨੂੰ ਸੰਭਾਲ ਕੇ ਉਕਲਾਵਾ, ਮਨ ਕੋਈ ਵਿਆਕੁਲ ਨਹੀਂ ਹੁੰਦਾ, ਮਨ ਕਾਲਾ ਨਹੀਂ ਪੈਂਦਾ ਸੇਵਾ ਕਰਦੇ ਆ, ਹੋਰ ਪ੍ਰੇਮ ਉਪਜਦਾ ਹੈ, ਹੋਰ ਪ੍ਰੀਤ ਵੱਧਦੀ ਹੈ ਸੇਵਾ ਕਰਨ ਦਾ, ਹੋਰ ਚਾਉ ਪੈਦਾ ਹੁੰਦਾ ਹੈ, ਉਮਾਹ ਪੈਦਾ ਹੁੰਦਾ ਹੈ। ਆਪਣੇ ਸ਼ਕਤੀ ਨੂੰ ਬਲ ਨੂੰ ਸੰਭਾਲ ਕੇ ਬੜੇ ਪ੍ਰੇਮ ਦੇ ਨਾਲ ਸੇਵਾ ਕਰਦੇ ਹਨ। ਪ੍ਰਥਮ ਸ਼ਨਾਨੇ ਬਸਤਰ ਪਖਾਰ ਲਹੀਂ,
ਨੈ ਸ਼ੁਸ਼ਕ ਕਰ ਬੇਹਿਤ ਡਾਲ। ਪਹਿਲਾਂ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦਾ ਇਸ਼ਨਾਨ ਕਰਵਾਉਣਾ, ਜਲ ਜਦੋਂ ਗਾਗਰ ਦੇ ਭਰ ਕੇ ਲਿਆਉਣੀ, ਪਹਿਲਾਂ ਗੁਰੂ ਅਮਰਦਾਸ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦਾ ਇਸ਼ਨਾਨ ਕਰਵਾਉਣਾ, ਫਿਰ ਉਹਨਾਂ ਦੇ ਜਿਹੜੇ ਬਸਤਰ ਨੇ, ਬਸਤਰ ਪਖਾਲਾ, ਫਿਰ ਬਸਤਰ ਧੋਣੇ, ਜਿਹੜੇ ਬਸਤਰ ਗੁਰੂ ਸਾਹਿਬ ਜੀ ਨੇ ਬਦਲਨੇ, ਫਿਰ ਉਹਨਾਂ ਬਸਤਰਾਂ ਨੂੰ ਧੋਣਾ, ਬਸਤਰ ਧੋਣ ਦੀ ਸੇਵਾ ਕਰਨੀ, ਪੁਨः ਸ਼ੁਸ਼ਕ ਕਰਬੇ ਹਿਤ ਡਾਲ, ਫਿਰ ਉਹਨਾਂ ਨੂੰ ਧੁੱਪ ਦੇ ਵਿੱਚ ਸੁਕਾਉਣਾ, ਉਹ ਸੇਵਾ ਕਰਨੀ। ਦੇਖੋ ਅੱਧੀ ਰਾਤ ਤੋਂ ਉੱਠਣਾ, ਗਾਗਰ ਭਰ ਕੇ ਲਿਆਉਣੀ, ਇਸ਼ਨਾਨ ਕਰਾਉਣਾ, ਗੁਰੂ ਸਾਹਿਬ ਦੇ ਵਸਤਰ ਧੋਣੇ, ਫਿਰ ਉਹਨਾਂ ਨੂੰ ਸੁਕਾਉਣਾ, ਕੋਲ ਬਹਿ ਕੇ ਬੜੇ ਧਿਆਨ ਨਾਲ ਬੜੇ ਪ੍ਰੇਮ ਨਾਲ ਸੇਵਾ ਕਰਨੀ, ਕਦੀ ਵੀ ਮਨ ਕਾਲਾ ਨਹੀਂ ਪੈਂਦਾ, ਬੜੇ ਪ੍ਰੇਮ ਦੇ ਨਾਲ ਇਹ ਸਾਰੀਆਂ ਸੇਵਾਵਾਂ ਨਿਭਾਉਂਦੇ ਹਨ। ਪੁਨ ਇਕਾਂਤ ਹੋਏ ਸਭ ਤੇ ਬੈਠੇ, ਕਹੇ ਨਾ ਸੁਨੇ ਬਚਨ ਕਿਸ ਨਾਲ। ਹੁਣ ਫਿਰ ਜਦੋਂ ਇਹ ਸਾਰੀ ਸੇਵਾ ਨਿਭਾ ਲੈਣੀ, ਜਿਹੜਾ ਸਮਾਂ ਬਚਣਾ ਉਹਦੇ ਵਿੱਚ ਇਕਾਂਤ ਹੋ ਕੇ ਬਹਿ ਜਾਣਾ। ਸਤਿਗੁਰੂ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਚਰਨ ਹਿਰਦੇ 'ਚ ਵਸਾ ਲੈਣੇ, ਚਰਨਾਂ ਦਾ ਧਿਆਨ ਧਰਨਾ ਤੇ ਪਰਮੇਸ਼ਰ ਦੀ ਇਬਾਦਤ ਕਰਨੀ, ਬੰਦਗੀ ਕਰਨੀ, ਸਿਮਰਨ ਵਿੱਚ ਜੁੜ ਜਾਣਾ, ਕਿਸੇ ਨਾਲ ਕੋਈ ਦੁਨਿਆਵੀ ਕੋਈ ਬਹੁਤੀਆਂ ਗੱਲਾਂ ਨਹੀਂ ਕਰਦੇ। ਸਤਿਗੁਰ ਮੂਰਤ ਹਿਰਦੇ ਸਮਾਲੇ, ਅਪਰ ਮਨੋਰਥ ਸਭ ਕੋ ਟਾਲ। ਉਹ ਗੁਰੂ ਕੇ ਮੂਰਤ ਉਹ ਹਿਰਦੇ ਦੇ ਵਿੱਚ ਸੰਭਾਲਦੇ ਹਨ, ਅਪਰ ਮਨੋਰਥ ਸਭ ਕੋ ਟਾਲ, ਹੋਰ ਸਾਰੇ ਜਿਹੜੇ ਮਨੋਰਥ ਨੇ ਉਹਨਾਂ ਨੂੰ ਟਾਲ ਦਿੰਦੇ। ਕੋਈ ਮਨੋਰਥ ਕੋਈ ਸੰਕਲਪ ਨਹੀਂ ਮਨ ਵਿੱਚ ਰੱਖਦੇ, ਉਹਨਾਂ ਨੂੰ ਦੂਰ ਕਰਕੇ ਸੰਕਲਪਾਂ ਤੋਂ ਰਹਿਤ ਹੋ ਕੇ ਗੁਰ ਕੇ ਮੂਰਤ ਮਨ ਮੈਂ ਧਿਆਨ, ਗੁਰੂ ਕੀ ਮੂਰਤ ਹਿਰਦੇ ਦੇ ਵਿੱਚ ਵਸਾਉਂਦੇ ਹਨ। ਨਿਜ ਕੁਲ ਕੋ ਨਿਜ ਗ੍ਰਹਿ ਕੋ ਤਜ ਕਰ, ਨਹੀਂ ਜਾਏ ਪੁਨ ਕੀਨ ਸੰਭਾਲ। ਨਿਜ ਕੁਲ ਨੂੰ ਛੱਡ ਕੇ, ਨਿਜ ਗ੍ਰਹਿ ਆਪਣਾ ਘਰ ਛੱਡ ਕੇ, ਪਰਿਵਾਰ ਨੂੰ ਛੱਡ ਕਰਕੇ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਜਦੋਂ ਚੱਲ ਕੇ ਆ ਗਏ, ਹੁਣ ਮਨ ਕਦੇ ਪਿੱਛੇ ਪਰਿਵਾਰ ਵੱਲ ਨਹੀਂ ਗਿਆ ਕਿ ਪਰਿਵਾਰ ਦਾ ਕੀ ਬਣਦਾ ਹੋਵੇਗਾ, ਪਰਿਵਾਰ ਕਿਵੇਂ ਚੱਲਦਾ ਹੋਵੇਗਾ, ਘਰ ਦੇ ਕੀ ਹਾਲਾਤ ਹੋਣਗੇ। ਹੁਣ ਮਨ ਜਿਹੜਾ ਹੈ ਉਹ ਗੁਰੂ ਦੇ ਚਰਨਾਂ ਵਿੱਚ ਟਿਕਿਆ ਹੈ, ਗੁਰੂ ਦੀ ਸੇਵਾ ਵਿੱਚ ਲੱਗਿਆ ਹੋਇਆ ਹੈ, ਹੁਣ ਕਦੀ ਵੀ ਖਿਆਲ ਉਸ ਪਾਸੇ ਵੱਲ ਨਹੀਂ ਜਾਂਦਾ। ਨਰ ਉਪਹਾਸ ਕਰਨ ਸਭ ਲਾਗੇ, ਬ੍ਰਿਧ ਹੋਏ ਕਿਆ ਕੀਨੀ ਢਾਲ। ਤੇ ਹੁਣ ਕਈ ਮਨੁੱਖ ਹੱਸਦੇ, ਮਖੌਲ ਠੱਟਾ ਵੀ ਕਰਦੇ ਕਿ ਬਜ਼ੁਰਗੀ ਦੀ ਅਵਸਥਾ ਹੈ, ਕੀ ਹਾਲਤ ਬਣਾਈ ਹੈ। ਇਸ ਪ੍ਰਕਾਰ ਦੇ ਨਾਲ ਕਈਆਂ ਨੇ ਹਾਸਾ ਠੱਠਾ ਵੀ ਕਰਨਾ, ਜਿਨ੍ਹਾਂ ਨੂੰ ਸਮਝ ਨਹੀਂ ਉਹਨਾਂ ਨੇ ਕਈਆਂ ਨੇ ਮਜ਼ਾਕ ਵੀ ਕਰਨਾ, ਹਾਸਾ ਠੱਠਾ ਵੀ ਕਰਨਾ। ਸੰਮਤ ਗਿਓ ਬੀਤ ਜਬ ਇਸ ਬਿਦ, ਜੀਰਣ ਬਸਤਰ ਤਰੇ ਤਨ ਮਾਏ। 1 ਸਾਲ ਦਾ ਸਮਾਂ ਇਸ ਪ੍ਰਕਾਰ ਦੇ ਨਾਲ ਸਤਿਗੁਰੂ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੀ ਸੇਵਾ ਕਰਦਿਆਂ ਬਤੀਤ ਹੋ ਗਿਆ। ਤਨ ਤੇ ਬੜੇ ਸਾਦੇ ਬਸਤਰ ਧਾਰਨ ਕਰਕੇ ਰੱਖਣੇ, ਬੜਾ ਸਾਦਾਪਣ ਆਪਣਾ ਆਪ ਰੱਖਣਾ, ਤੇ ਗੁਰੂ ਦੀ ਸੇਵਾ ਕਰਦਿਆਂ ਸਾਲ ਦਾ ਸਮਾਂ ਇਸ ਤਰ੍ਹਾਂ ਦੇ ਨਾਲ ਬਤੀਤ ਹੋਇਆ। ਸ਼੍ਰੀ ਅੰਗਦ ਸੇਵਾ ਕੇ ਤਤਪਰ, ਅਪਰ ਮਨੋਰਥ ਹੋਏ ਨ ਕਾਏ। ਹੁਣ ਧੰਨ ਗੁਰੂ ਅੰਗਦ ਦੇਵ ਸਾਹਿਬ ਪਾਤਸ਼ਾਹ ਜੀ ਦੀ ਸੇਵਾ ਲਈ ਮਨ ਹਰ ਵੇਲੇ ਤਤਪਰ ਰਹਿੰਦਾ ਹੈ, ਗੁਰੂ ਸਾਹਿਬ ਦੇ ਹੁਕਮ ਦੀ ਉਡੀਕ ਵਿੱਚ ਰਹਿੰਦੇ ਨੇ ਕਿ ਕਦੋਂ ਗੁਰੂ ਸਾਹਿਬ ਪਾਤਸ਼ਾਹ ਕੋਈ ਹੁਕਮ ਕਰ ਦੇਣ ਉਸੇ ਵਕਤ ਤੋਂ ਸੇਵਾ ਕਰਾਂ, ਦੌੜ ਕੇ ਕਰਾਂ, ਸੇਵਾ ਲਈ ਤਤਪਰ ਰਹਿੰਦੇ ਨੇ। ਮਨ ਦੇ ਵਿੱਚ ਕੋਈ ਹੋਰ ਪ੍ਰਕਾਰ ਦਾ ਕਿਸੇ ਤਰ੍ਹਾਂ ਦਾ ਕੋਈ ਮਨੋਰਥ ਨਹੀਂ ਹੈ। ਖਾਨ ਪਾਨ ਨਿਰਬਾਹ ਦੇ, ਹਿਤ ਛੁਦਾ ਪਿਪਾਸਾ ਬੋ ਬਿਰਦਾਏ। ਇਸ ਪ੍ਰਕਾਰ ਦੇ ਨਾਲ ਖਾਨ ਪਾਨ ਨਿਰਬਾਹ ਦੇ, ਸ਼ੁੱਧ ਪਿਆਸਾ ਬੋ ਬਿਰਧਾਏ। ਹੁਣ ਭਾਵੇਂ ਕਿ ਸਰੀਰ ਦੀ ਅਵਸਥਾ ਐਸੀ ਬਣੀ ਹੋਈ ਹੈ, ਪਰ ਸਰੀਰ ਦੀ ਕੋਈ ਬਹੁਤੀ ਪ੍ਰਵਾਹ ਨਹੀਂ, ਭੁੱਖ ਤੇ ਵਧੇ ਕੋਈ ਬਹੁਤੇ ਪ੍ਰਵਾਹ ਨਹੀਂ, ਮਨ ਵਿੱਚ ਜਿਹੜੀ ਹੈ ਸੇਵਾ ਦੀ ਭਾਵਨਾ ਹਰ ਵੇਲੇ ਬਣੀ ਰਹਿੰਦੀ ਹੈ। ਤਬ ਕੁਛ ਕਰੇ ਪਹਿਰ ਬੇ ਪਟਕੀ, ਸੁਧ ਬੁੱਧ ਕੌਣ ਕਰੇ। ਤਬ ਕੁਛ ਕਰੇ ਪੈਰ ਬੇ, ਹੁਣ ਇਹ ਧਿਆਨ ਨਹੀਂ ਜਾਂਦਾ ਕਿ ਮੈਂ ਕਿਤੇ ਤਨ ਦੇ ਉੱਤੇ ਕੋਈ ਸੁੰਦਰ ਵਸਤਰ ਪਹਿਨ ਲਵਾਂ ਜਾਂ ਚੰਗਾ ਖਾ ਲਵਾਂ, ਨਹੀਂ,
ਮਨ ਵਿੱਚ ਕੀ ਖਿਆਲ ਰਹਿੰਦਾ ਹੈ ਕਿ ਗੁਰੂ ਸਾਹਿਬ ਕਦੋਂ ਹੁਕਮ ਕਰਨ, ਕਦੋਂ ਕੋਈ ਹੁਕਮ ਦੇ ਦੇਣ, ਉਹ ਸੇਵਾ ਕਰਾਂ। ਹਰ ਵੇਲੇ ਸੇਵਾ ਵਿੱਚ ਮਨ ਤਤਪਰ ਰਹਿੰਦਾ ਹੈ, ਸਿਮਰਨ ਵਿੱਚ ਮਨ ਜੁੜਿਆ ਰਹਿੰਦਾ ਹੈ। ਖਾਣ ਪਾਣ ਵੱਲ ਕੋਈ ਬਹੁਤਾ ਧਿਆਨ ਨਹੀਂ ਦਿੰਦੇ। ਇਹ ਨਹੀਂ ਕਿ ਹਰ ਵੇਲੇ ਜੀਭਾਂ ਲਲਚਾਉਂਦੀ ਰਹਿੰਦੀ ਕਿ ਆਹ ਖਾ ਲਵਾਂ, ਉਹ ਖਾ ਲਵਾਂ ਜਾਂ ਚੰਗੇ ਪਾ ਲਵਾਂ। ਨਹੀਂ, ਮਨ ਲਲਚਾਉਂਦਾ ਗੁਰੂ ਦੀ ਸੇਵਾ ਨੂੰ। ਖਾਣ ਪਾਣ ਆਦਿਕ ਜਿਹੜਾ ਪਹਿਨਣ ਵੱਲ ਕੋਈ ਬਹੁਤਾ ਧਿਆਨ ਨਹੀਂ ਦਿੰਦੇ। ਸਾਦਾ ਲਿਬਾਸ ਰੱਖਣਾ, ਥੋੜਾ ਭੋਜਨ ਛਕਣਾ, ਸੇਵਾ ਵਿੱਚ ਲੱਗੇ ਰਹਿਣਾ। ਏਕ ਬਰਖ ਬੀਤਿਓ ਪਿਕ ਸਤਗੁਰ, ਗਜ ਡੇਢਕ ਦੀਨ ਰੁਮਾਲ। ਜਦੋਂ 1 ਸਾਲ ਦਾ ਸਮਾਂ ਇਸ ਪ੍ਰਕਾਰ ਦੇ ਨਾਲ ਸੇਵਾ ਕਰਦਿਆਂ ਬਤੀਤ ਹੋਇਆ ਤੇ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੇ ਸੇਵਾ ਤੋਂ ਪ੍ਰਸੰਨ ਹੋ ਕੇ 1.5 ਗਜ ਦਾ ਜਿਹੜਾ ਰੁਮਾਲ ਹੈ ਸਰੂਪੇ ਦੇ ਰੂਪ ਵਿੱਚ ਉਹ ਬਖਸ਼ਿਸ਼ ਕੀਤਾ ਹੈ। ਸੋਲੇ ਕਰ ਨਿਜ ਸੀਸ ਚੜਾਇਓ, ਦ੍ਰਿੜ ਕਰ ਬਾਂਧਿਓ ਰਸਰੀ ਨਾਲ। ਤੇ ਉਹ ਸਰੂਪ ਸਿਰੇ ਪਾਉ ਲੈ ਕੇ ਗੁਰੂ ਦੀ ਬਖਸ਼ਿਸ਼ ਲੈ ਕੇ ਅਮਰਦਾਸ ਜੀ ਨੇ ਆਪਣੇ ਸੀਸ ਤੇ ਸਜਾ ਲਿਆ ਬੜੀ ਸ਼ਰਧਾ ਨਾਲ। ਅੱਜ ਕਿਤੇ ਪਹਿਲੀ ਗੱਲ ਤਾਂ ਅਸੀਂ ਕਹਿੰਦੇ ਜੀ ਮੈਂ ਆਹ ਕੀਤਾ, ਮੈਨੂੰ ਸਿਰੇ ਪਾਉ ਨਹੀਂ ਮਿਲਿਆ, ਜਾਂ ਜੇ ਪੈ ਗਿਆ ਗਲ ਵਿੱਚ ਘੜੀ ਕੁ ਪਾਇਆ, ਫਟਾਫਟ ਲਾ ਲਿਆ। ਗੁਰੂ ਸਾਹਿਬ ਦੀ ਬਖਸ਼ਿਸ਼ ਸੀਸ ਤੇ ਲੈ ਕੇ ਸਜਾਉਣੀ, ਕਿੰਨੀ ਭਾਵਨਾ, ਕਿੰਨਾ ਪ੍ਰੇਮ। ਜਦੋਂ ਗੁਰੂ ਸਾਹਿਬ ਜੀ ਨੇ ਇਹ ਸਿਰੇ ਪਾਉ ਦੀ ਬਖਸ਼ਿਸ਼ ਕੀਤੀ ਹੈ, ਸਾਲ ਸਮਾਂ ਹੋ ਗਿਆ ਸੇਵਾ ਕਰਦੇ ਆ ਪ੍ਰਸੰਨ ਹੋ ਕੇ, ਤੇ ਬੜੇ ਪ੍ਰੇਮ ਦੇ ਨਾਲ ਉਹ ਗੁਰੂ ਦੀ ਬਖਸ਼ਿਸ਼ ਜਾਣ ਕੇ ਉਹ ਗੁਰੂ ਦੇ ਵੱਲੋਂ ਬਖਸ਼ਿਸ਼ ਹੋਇਆ ਸਿਰੇ ਪਾਉ ਸੀਸ ਤੇ ਸਜਾਉਣਾ ਕੀਤਾ ਹੈ। ਬੋਰੇ ਉਤਾਰਨ ਕੋ ਨੈ ਕੀਨਸ, ਲਖ ਕਰ ਗੁਰ ਪ੍ਰਸਾਦ ਵਿਸਾਲ। ਗੁਰੂ ਦੀ ਕਿਰਪਾ ਜਾਣ ਕੇ ਕਿ ਗੁਰੂ ਨੇ ਕਿਰਪਾ ਕਰਕੇ ਬਖਸ਼ਿਸ਼ ਕੀਤੀ ਹੈ, ਉਹਨੂੰ ਕਦੇ ਸੀਸ ਤੋਂ ਨਹੀਂ ਉਤਾਰਦੇ। ਕੇਸ ਵਾਹਨੇ, ਕੰਘਾ ਕਰਨਾ, ਇਸ਼ਨਾਨ ਕਰਨਾ, ਫਿਰ ਉਸੇ ਤਰ੍ਹਾਂ ਉਹਨੂੰ ਸਜਾ ਲੈਣਾ ਸੀਸ ਦੇ ਉੱਤੇ। ਬੜੇ ਪ੍ਰੇਮ ਦੇ ਨਾਲ ਉਹਨੂੰ ਸਜਾ ਕੇ ਰੱਖਦੇ, ਹਰ ਵੇਲੇ ਆਪਣੇ ਤਨ ਦੇ ਨਾਲ ਸੀਸ ਨਾਲ ਸਜਾ ਕੇ ਰੱਖਦੇ। ਸੇਵਾ ਕਰੇ ਤਿਸੀ ਬਿਦ ਨਿਸ ਦਿਨ, ਜਲ ਆਨੇ ਚਾਹੀਏ ਜਿਸ ਕਾਲ। ਉਸੇ ਪ੍ਰਕਾਰ ਦੇ ਨਾਲ ਪ੍ਰੇਮ ਨਾਲ ਸੇਵਾ ਕਰਦੇ, ਜਲ ਢੋਣ ਦੀ। ਜਦੋਂ ਵੀ ਕਿਤੇ ਹੋਰ ਲੋੜ ਪੈਂਦੀ ਜਲ ਲਿਆਉਣ ਦੀ, ਉਸੇ ਵੇਲੇ ਕੋਈ ਦੇਰੀ ਨਹੀਂ ਲਾਉਂਦੇ। ਜਲ ਬੜੇ ਬਿਨਾਂ ਦੇਰੀ ਲਾਇਆ ਜਲ ਦੀ ਗਾਗਰ ਜਲ ਦੀ ਭਰ ਕੇ ਲਿਆਉਂਦੇ ਹਨ। ਬਰਖ 72 ਭਈ ਆਰਬਲ, ਤਬ ਆਏ ਸਤਗੁਰ ਕੇ ਪਾਸ। 72 ਸਾਲ ਦੇ ਉਮਰ ਉਦੋਂ ਹੋ ਚੁੱਕੀ ਸੀ ਜਦੋਂ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੇ ਕੋਲ ਚੱਲ ਕੇ ਆਏ ਸਨ। 72 ਸਾਲ ਦੀ ਉਮਰ। ਅੱਜ ਵੇਖੀਏ ਕਿਤੇ 72 ਸਾਲ ਦੇ ਵਿੱਚ ਚੱਲਣਾ ਫਿਰਨਾ ਔਖਾ ਹੋ ਜਾਂਦਾ, ਸੇਵਾ ਕਰਨੀ ਬੜੀ ਦੂਰ ਦੀ ਗੱਲ। 72 ਸਾਲ ਦੀ ਉਮਰ ਸਿਆਰਬਲਾ ਸੀ ਜਦੋਂ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਚੱਲ ਕੇ ਆਏ। ਨਿਬਲ ਸਰੀਰ ਜਰਜਰੀ ਭੂਤ ਸੋ, ਤੋ ਸੇਵਾ ਕੋ ਧਰੇ ਹੁਲਾਸ। ਉੱਥੇ ਜਾ ਕੇ ਸਰੀਰ ਬਲ ਤੋਂ ਰਹਿਤ ਹੋ ਜਾਂਦਾ ਹੈ, ਸਰੀਰ ਦਾ ਬਲ ਖਤਮ ਹੋ ਜਾਂਦਾ ਹੈ, ਸਰੀਰ ਜਰਜਰਾ ਹੋ ਜਾਂਦਾ ਹੈ। ਪਰ ਉਸ ਉਮਰ ਦੇ ਵਿੱਚ ਅਮਰਦਾਸ ਜੀ ਦੇ ਹਿਰਦੇ ਵਿੱਚ ਦੇਖੋ ਕਿੰਨਾ ਚਾਅ ਹੈ, ਕਿੰਨਾ ਪ੍ਰੇਮ ਹੈ ਕਿ ਸਰੀਰ ਦੀ ਪਰਵਾਹ ਨਹੀਂ, ਉਮਰ ਦੀ ਪਰਵਾਹ ਨਹੀਂ, ਮਾਨੋ ਜਵਾਨੀ ਵਾਲਾ ਜੋਸ਼ ਹੈ ਸੇਵਾ ਕਰਨ ਵਾਸਤੇ ਅੰਦਰ। ਜਿਸ ਬਾ ਗੁਰੂ ਸਾਹਿਬ ਜੀ ਕਹਿੰਦੇ ਗੁਰਮੁਖ ਬੁੱਢੇ ਕਦੇ ਰਾਹੀ ਜਿਨ੍ਹਾਂ ਅੰਤਰ ਸੁਰਤ ਗਿਆਨ। ਹੁਣ ਜਿਹੜੇ ਸੁਰਤੇ ਵਿੱਚ ਵਾਹਿਗੁਰੂ ਪਰਮੇਸ਼ਰ ਦਾ ਨਾਮ ਵਿਸਵਾਸਦਾ, ਚਰਨ ਗੁਰੂ ਦੇ ਹਿਰਦੇ ਵਿੱਚ ਮੂਰਤ ਹਿਰਦੇ 'ਚ ਟਿਕਾ ਕੇ ਰੱਖਦੇ, ਸੇਵਾ ਦੀ ਭਾਵਨਾ ਬਣੀ ਰਹਿੰਦੀ ਹੈ। ਜਿਸ ਵਕਤ ਸਰੀਰ ਦਾ ਬਲ ਚਲਾ ਜਾਂਦਾ ਹੈ, ਸਰੀਰ ਜਰਜਰਾ ਹੋ ਜਾਂਦਾ ਹੈ, ਉਸ ਉਮਰ ਦੇ ਵਿੱਚ ਕਿੰਨਾ ਹੁਲਾਸ ਹੈ ਸੇਵਾ ਕਰਨ ਦਾ, ਕਿੰਨਾ ਉਮਾਹ ਹੈ ਅਮਰਦਾਸ ਜੀ ਦੇ ਹਿਰਦੇ ਅੰਦਰ। ਆਲਸ ਤਿਆਗ ਕਰ ਤੋਦ ਗਏ, ਕਲਸ ਉਠਾਏ ਲਿਆਏ ਜਲ ਰਾਸ। ਇਸ ਉਮਰ ਦੇ ਵਿੱਚ ਕੋਈ ਆਲਸ ਨਹੀਂ, ਆਲਸ ਦਾ ਤਿਆਗ ਕੀਤਾ, ਕਰਤ ਉਦੋਗਿਆ ਉਦਮ ਕਰਦੇ ਹਨ। ਕਾਹਦਾ? ਗਾਗਰ ਚੁੱਕਦੇ, ਜਲ ਲਿਆਉਣ ਦਾ ਉਦਮ ਕਰਦੇ। ਗਾਗਰ ਜਲ ਦੀ ਭਰ ਕੇ 12 ਕੋਹ ਦੱਸਦੇ ਨੇ, ਬਿਆਸ ਦਰਿਆ ਖਡੂਰ ਸਾਹਿਬ ਤੋਂ ਦੂਰ ਵਗਦਾ ਸੀ, ਉੱਥੋਂ ਗਾਗਰ ਜਿਹੜੀ ਜਲ ਦੀ ਭਰ ਕੇ ਉਹ ਲਿਆਉਣੇ। ਨਿਜ ਤਨ ਕੀ ਅਰ ਘਰ ਕੁਟੰਬ ਕੀ, ਸੁਧ ਭੂਲੀ ਕਰ ਗੁਰ ਨਿਰਜਾਸ। ਹੁਣ ਗੁਰੂ ਸਾਹਿਬ ਦੀ ਸੇਵਾ ਵਿੱਚ ਲੱਗੇ ਹੋਏ ਹਨ ਤੇ ਆਪਣੇ ਤਨ ਦੀ ਕੋਈ ਪਰਵਾਹ ਨਹੀਂ, ਕੁਟੰਬ ਦੀ ਕੋਈ ਪਰਵਾਹ ਨਹੀਂ,
ਕਦੇ ਕੋਈ ਹੁਣ ਉਧਰ ਖਿਆਲ ਨਹੀਂ ਜਾਂਦਾ, ਨਾ ਆਪਣੇ ਤਨ ਦਾ ਕੋਈ ਬਹੁਤਾ ਖਿਆਲ ਹੈ, ਤਨ ਨੂੰ ਸਵਾਰਨ ਦਾ ਕੋਈ ਖਿਆਲ ਹੈ, ਨਾ ਕੋਈ ਕੁਟੰਬ ਦੀ ਕੋਈ ਚਿੰਤਾ ਹੈ। ਤਨ ਕਰ ਕਰੇ ਕਾਰ ਸਭ ਸੇਵਾ, ਮਨ ਕਰ ਗੁਰ ਕੋ ਸਦਾ ਸਮਾਲ। ਤਨ ਕਰਕੇ ਗੁਰੂ ਦੀ ਸੇਵਾ ਕਰਦੇ ਤੇ ਮਨ ਦੇ ਨਾਲ ਗੁਰੂ ਦੀ ਸੰਭਾਲ ਕਰਦੇ, ਮਨ ਨਾਲ ਹਰ ਵੇਲੇ ਗੁਰੂ ਗੁਰੂ ਜਪਦੇ ਹਨ। ਕੇਤਕ ਨਰ ਜਬ ਮਿਲੇ ਆਨ ਕਰ, ਬੂਝੇ ਸਦਨ ਆਪਨੇ ਚਾਲ। ਤੇ ਹੁਣ ਕਈ ਵਾਰੀ ਜਦੋਂ ਬਹੁਤ ਸਾਰੇ ਮਨੁੱਖਾਂ ਨੇ ਆ ਕਰਕੇ ਮਿਲਣਾ, ਸੰਬੰਧੀਆਂ ਨੇ, ਉਹਨਾਂ ਨੇ ਆ ਕਰਕੇ ਜਦੋਂ ਪਰਿਵਾਰ ਦੇ ਸਾਹਿਬ ਘਰ ਦੇ ਬਾਬਤ ਪੁੱਛਣਾ, ਨਿਜ ਬੰਦਪ ਕੋ ਸੁਧ ਲਿਓ ਨੀਕੇ, ਕੁਟੰਬ ਮਿਲੋ ਤੁਝ ਚੈਤ ਵਿਸਾਲ। ਹੁਣ ਕਈਆਂ ਨੇ ਆ ਕੇ ਕਹਿਣਾ, ਨਗਰ ਤੋਂ ਵੀ ਕਈਆਂ ਨੇ ਚੱਲ ਕੇ ਆਉਣਾ, ਆ ਕੇ ਉਹਨਾਂ ਨੇ ਕਹਿਣਾ ਅਮਰਦਾਸ ਜੀ ਨੂੰ ਕਿ ਤੁਸੀਂ ਪਰਿਵਾਰ ਦੇ ਨਾਲ ਵੀ ਜਾ ਕੇ ਮਿਲੋ, ਪਰਿਵਾਰ ਤੁਹਾਨੂੰ ਮਿਲਣਾ ਚਾਹੁੰਦਾ ਹੈ, ਪਰਿਵਾਰ ਦੇ ਨਾਲ ਵੀ ਜਾ ਕੇ ਮਿਲਾਪ ਕਰੋ, ਕੁਟੰਬ ਨੂੰ ਵੀ ਸੰਭਾਲਣਾ ਕਰੋ। ਕਿਉਂ ਇਤ ਬੈਠ ਰਿਓ ਕਿਆ ਲੇਵੇਂ, ਸਭ ਵਿਦ ਸੰਕਟ ਸਹੀ ਕਰਾਲ। ਕਿਉਂ ਇੰਨਾ ਸੰਕਟ ਆਪਣੇ ਤਨ ਤੇ ਸਹਿ ਰਹੇ ਹੋ? ਪਿਛਲੇ ਸਮਾਂ ਬਜ਼ੁਰਗੀ ਦੀ ਉਮਰ ਹੈ, ਬਜ਼ੁਰਗੀ ਦੀ ਅਵਸਥਾ ਹੈ, ਤਨ ਦੇ ਉੱਤੇ ਇੰਨਾ ਸੰਕਟ ਸਹਿੰਦੇ ਹੋ ਤੇ ਇੱਥੇ ਕਿਉਂ ਇੰਨੇ ਲੰਬੇ ਸਮੇਂ ਤੋਂ ਬੈਠੇ, ਕੀ ਇੱਥੋਂ ਪ੍ਰਾਪਤ ਕਰਦੇ ਹੋ? ਕਈਆਂ ਨੂੰ, ਜਿਨ੍ਹਾਂ ਨੂੰ ਗੁਰੂ ਦੀ ਸੇਵਾ ਦੇ ਬਾਬਤ ਨਹੀਂ ਪਤਾ, ਸੋਝੀ ਨਹੀਂ, ਉਹਨਾਂ ਨੇ ਐਸੇ ਸਵਾਲ ਕਰਨੇ। 300 ਕਈ ਨਾ ਹਮਰਾ ਕੋਈ, ਹਮ ਕਿਸ ਹੂੰ ਕੇ ਨੇ ਕਿਸ ਕਾਲ। ਕਹਿਣ ਲੱਗੇ ਨਾ ਕੋਈ ਸਾਡਾ ਹੈ ਤੇ ਨਾ ਅਸੀਂ ਕਿਸੇ ਦੇ ਹਾਂ, ਇਹ ਤਾਂ ਪੂਰਬ ਜਨਮ ਕੇ ਮਿਲੇ ਸੰਜੋਗੇ, ਅੰਤਾ ਕੋ ਨਾ ਸਹਾਏ। ਨਾ ਅਸੀਂ ਕਿਸੇ ਦੇ ਹਾਂ ਤੇ ਨਾ ਕੋਈ ਸਾਡਾ ਹੈ, ਐਸੇ ਹੁਣ ਮੋਹ ਤੋਂ ਉੱਪਰ ਉੱਠ ਚੁੱਕੇ ਹਨ। ਜਿਮ ਪਰਵਾ ਮੈਂ ਤ੍ਰਿਣ ਮਿਲ ਜਾਵੇਂ, ਤਥਾ ਮੇਲ ਸਭ ਕੋ ਸਭ ਨਾਲ। ਜਿਵੇਂ ਜਲ ਦਾ ਪ੍ਰਵਾਹ ਵਹਿੰਦਾ ਹੋਵੇ ਤੇ ਜਲ ਦੇ ਪ੍ਰਵਾਹ ਦੇ ਵਿੱਚ ਜਿਹੜੇ ਕੱਖ ਨੇ, ਤੀਲੇ, ਉਹ ਇਕੱਠੇ ਹੋ ਜਾਂਦੇ ਨੇ, ਇਕੱਠੇ ਹੋ ਕੇ ਮਿਲ ਜਾਂਦੇ ਨੇ। ਤੇ ਇਸ ਤਰ੍ਹਾਂ ਦੇ ਨਾਲ ਜਿਵੇਂ ਜਲ ਦੇ ਪ੍ਰਵਾਹ ਦੇ ਵਿੱਚ ਉਹ ਕੱਖ ਤੀਲੇ ਜਿਹੜੇ ਇਕੱਠੇ ਹੋ ਜਾਂਦੇ ਹਨ, ਇਸੇ ਤਰ੍ਹਾਂ ਇਹ ਸੰਸਾਰ ਦੇ ਰਿਸ਼ਤੇ ਨਾਤੇ ਹਨ, ਇਹ ਮੇਲ ਮਿਲਾਪ ਹੈ। ਉਤਰਨ ਪਾਰ ਤਰੀ ਪਰ ਮੇਲਾ, ਪੁਨ ਵਿਛਰੇ ਨੈ ਕਰੇ ਸੰਭਾਲ। ਬੇੜੇ 'ਚ ਦਰਿਆ ਪਾਰ ਕਰਨ ਲੱਗਿਆ, ਬੇੜੇ 'ਚ ਸਵਾਰ ਹੁੰਦੇ ਨੇ। ਹੁਣ ਜਿੰਨੇ ਵੀ ਬੇੜੇ 'ਚ ਸਵਾਰ ਨੇ, ਬੇੜੇ ਦਰਿਆ ਤੋਂ ਪਾਰ ਪਹੁੰਚਦੀ ਹੈ ਕਿਨਾਰੇ ਤੇ ਸਾਰੇ ਉਤਰਦੇ ਨੇ, ਆਪੋ ਆਪਣੇ ਰਾਹ ਪੈ ਜਾਂਦੇ ਨੇ। ਕਦੀ ਕਿਸੇ ਨੇ ਮੁੜ ਕੇ ਖਿਆਲ ਕੀਤਾ ਕਿ ਦੁਬਾਰਾ ਮਿਲਾਂਗੇ, ਐਸਾ ਕੋਈ ਖਿਆਲ ਮਨ ਵਿੱਚ ਨਹੀਂ ਰੱਖਦਾ ਕਿ ਦੁਬਾਰਾ ਮਿਲਾਂਗੇ। ਜਿਵੇਂ ਬੇੜੇ ਤੋਂ ਉਤਰ ਕੇ ਰਾਹ ਹੋਏ, ਆਪੋ ਆਪਣੇ ਰਾਹ ਪੈ ਜਾਂਦੇ ਹਨ, ਉਸੇ ਤਰ੍ਹਾਂ ਦੇ ਇਹ ਰਿਸ਼ਤੇ ਨਾਤੇ ਹਨ। ਆਏ ਪਹੁਨੋ ਨਿਸ ਬਿਸਰਾਮੇ, ਹੋਤ ਪ੍ਰਾਤ ਮਾਰਗ ਕੋ ਚਾਲ। ਰਿਸ਼ਤੇਦਾਰ ਘਰ ਵਿੱਚ ਆਉਂਦਾ ਹੈ, ਰਾਤ ਕੱਟਦਾ ਹੈ, 4 ਘੜੀਆਂ ਰਾਤ ਬਤੀਤ ਕਰਕੇ ਸਵੇਰ ਨੂੰ ਜਿਹੜਾ ਉਹ ਆਪਣੇ ਮਾਰਗ ਨੂੰ ਚੱਲ ਪੈਂਦਾ, ਆਪਣੇ ਪੰਧ ਵੱਲ ਨੂੰ ਜਿਹੜਾ ਹੈ ਰਸਤਾ ਪਕੜ ਲੈਂਦਾ, ਚਾਲਾ ਪਾ ਦਿੰਦਾ ਹੈ। ਅਬ ਮੇਰੇ ਸਤਿਗੁਰ ਹੈ ਸਭ ਕਿਛ, ਸਦਨ ਕੁਟੰਬ ਪਿਤੇ ਅਰ ਮਾਤ। ਮੇਰੇ ਤਾਂ ਸਾਰੇ ਸਤਿਗੁਰੂ ਹਨ, ਉਹੀ ਮੇਰਾ ਕੁਟੰਬ ਹੈ, ਉਹੀ ਮੇਰਾ ਘਰ ਹੈ। ਸਤਿਗੁਰੂ ਹੀ ਮੇਰੇ ਪਿਤਾ ਨੇ, ਸਤਿਗੁਰੂ ਹੀ ਮੇਰੀ ਮਾਤਾ ਹੈ। ਹੁਣ ਜਿਹੜਾ ਸਾਰਾ ਕੁਝ ਮੇਰਾ ਕੁਟੰਬ, ਘਰ, ਮਾਤਾ ਪਿਤਾ, ਗੁਰੂ ਹੀ ਸਭ ਕੁਝ ਮੇਰੇ ਲਈ ਹੈ। ਇਹੀ ਸਹਾਇਕ ਹੋਏ ਅੰਤ ਕੋ, ਰਹਿ ਏਕਲ ਜੈ ਕੋਏ ਨ ਜਾਤ। ਹੁਣ ਮਨੁੱਖ ਦੇ 3 ਮਿੱਤਰ ਮੰਨੇ ਗਏ ਨੇ, ਮਾਇਆ, ਸਾਖ ਸੰਬੰਧੀ, ਧੀਆਂ ਪੁੱਤਰ, ਤੇ ਤੀਸਰਾ ਪਰਮੇਸ਼ਰ ਦਾ ਨਾਮ। ਮਾਇਆ ਸਾਥ ਛੱਡ ਜਾਂਦੀ ਹੈ ਜਦੋਂ ਮਨੁੱਖ ਦੇ ਸਵਾਸ ਨਿਕਲਦੇ ਨੇ, ਉਹਦੇ ਹੋਰ ਜਿਹੜੇ ਮਾਲਕ ਬਣ ਜਾਂਦੇ ਨੇ। ਸਾਖ ਸੰਬੰਧੀ ਜਦੋਂ ਜਾ ਕੇ ਸੰਸਕਾਰ ਕਰ ਦਿੱਤਾ ਜਾਂਦਾ ਹੈ, ਉੱਥੇ ਜਿਹੜੇ ਸਾਖ ਸੰਬੰਧੀ ਦੀ ਦੋਸਤੀ ਖਤਮ ਹੋ ਜਾਂਦੀ ਹੈ। ਹੁਣ ਅੰਤ ਨੂੰ ਨਾਲ ਕੌਣ ਨਿਭਦਾ? ਵਾਹਿਗੁਰੂ ਪਰਮੇਸ਼ਰ ਦਾ ਨਾਮ ਨਿਭਦਾ ਨਾਲ। ਕਹਿੰਦੇ ਹੁਣ ਇਹ ਜਿਹੜਾ ਮੇਰੇ ਲਈ ਗੁਰੂ ਸਾਰਾ ਕੁਝ ਹੈ, ਜਿਨ੍ਹਾਂ ਨੇ ਮੇਰੇ ਅੰਤ ਸਮੇਂ ਨਾਲ ਨਿਭਣਾ, ਰਹਿ ਏਕਲ ਜੈ ਕੋਏ ਨਾ ਜਾਤ। ਕਹਿੰਦੇ ਜਿੱਥੇ ਕੋਈ ਵੀ ਨਾਲ ਨਹੀਂ ਨਾ ਜਾ ਸਕਦਾ, ਜਿੱਥੇ ਕੋਈ ਵੀ ਨਾਲ ਨਹੀਂ ਨਿਭ ਸਕਦਾ, ਉੱਥੇ ਨਾਲ ਗੁਰੂ ਨੇ ਨਿਭਣਾ ਹੈ, ਉੱਥੇ ਗੁਰੂ ਨੇ ਸਹਾਈ ਹੋਣਾ ਹੈ। ਇਸ ਕਰਕੇ ਮੈਂ ਆਪਣਾ ਸਾਰਾ ਕੁਝ ਜੋ ਹੈ ਉਹ ਗੁਰੂ ਨੂੰ ਹੁਣ ਸਮਝ ਲਿਆ ਹੈ। ਜੀਵਤ ਪ੍ਰਾਨ ਆਧਾਰ ਇਹੀ ਹੈ,
ਬਿਨ ਪਗ ਦੇਖੇ ਕਛ ਨ ਸੁਹਾਤ। ਹੁਣ ਸਾਰਾ ਕੁਝ ਮੇਰੇ ਜੀਵਨ ਦਾ ਆਧਾਰ ਮੇਰੇ ਗੁਰੂ ਹੀ ਹਨ। ਬਿਨ ਪਗ ਦੇਖੇ, ਗੁਰੂ ਦੇ ਚਰਨ ਦੇਖੇ ਬਿਨਾ ਹੁਣ ਮੈਨੂੰ ਕੁਝ ਵੀ ਚੰਗਾ ਨਹੀਂ ਲੱਗਦਾ। ਕੁਟੁੰਬ ਨਹੀਂ ਚੰਗਾ ਲੱਗਦਾ, ਘਰ ਪਰਿਵਾਰ ਨਹੀਂ ਚੰਗਾ ਲੱਗਦਾ, ਦੁਨੀਆਦਾਰੀ ਚੰਗੀ ਨਹੀਂ ਲੱਗਦੀ, ਦੁਨੀਆ ਦੇ ਪਦਾਰਥ ਚੰਗੇ ਨਹੀਂ ਲੱਗਦੇ। ਇੱਕ ਹੁਣ ਗੁਰੂ ਦੇ ਚਰਨ ਮਨ ਨੂੰ ਭਾਉਂਦੇ ਨੇ, ਗੁਰੂ ਦੇ ਚਰਨ ਮਨ ਨੂੰ ਚੰਗੇ ਲੱਗਦੇ ਹਨ। ਇਮ ਸੁਨ ਲੋਕ ਪਿਆਨੇ ਕਰ ਕੋ ਜਾਣੇ ਪਇਓ ਨਿਲਾਇਕ ਗਾਤ। ਇਸ ਪ੍ਰਕਾਰ ਦੇ ਨਾਲ ਹੁਣ ਕਈਆਂ ਨੇ ਜਿਨ੍ਹਾਂ ਨੂੰ ਨਹੀਂ ਸਮਝ, ਜਿਨ੍ਹਾਂ ਹਿਰਦਿਆਂ ਵਿੱਚ ਪ੍ਰੇਮ ਨਹੀਂ, ਜਿਨ੍ਹਾਂ ਹਿਰਦਿਆਂ ਅੰਦਰ ਭਾਵਨਾ ਨਹੀਂ, ਉਹਨਾਂ ਨੇ ਕਹਿਣਾ ਇਹ ਨਲਾਇਕ ਹੈ, ਇਹ ਤਾਂ ਕਰਕੇ ਘਰ ਪਰਿਵਾਰ ਤਿਆਗ ਆਇਆ ਹੈ। ਇਸ ਪ੍ਰਕਾਰ ਦੇ ਨਾਲ ਲੋਕਾਂ ਨੇ ਗੱਲਾਂ ਕਰਦਿਆਂ ਘਰ ਨੂੰ ਚਲੇ ਜਾਣਾ। ਕਰਤ ਸੇਵ ਨਿਸ ਦਿਨ ਸ਼੍ਰੀ ਗੁਰ ਕੀ ਅਹੰਗ ਮੇਵ ਤਜ ਕੈ ਸਭ ਰੀਤ। ਇਸ ਪ੍ਰਕਾਰ ਦੇ ਨਾਲ ਹਉਮੈ ਹੰਕਾਰ ਛੱਡ ਕੇ, ਲੋਕ ਲੱਜਾ ਛੱਡ ਕੇ ਅਮਰਦਾਸ ਜੀ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੀ ਦਿਨ ਰਾਤ ਪ੍ਰੇਮ ਵਿੱਚ ਸੇਵਾ ਕਰ ਰਹੇ ਨੇ। ਗੁਰੂ ਸਾਹਿਬ ਦੀਆਂ ਬਖਸ਼ਿਸ਼ਾਂ ਜਿਵੇਂ ਜਿਵੇਂ ਦੂਸਰਾ ਸਾਲ ਤੀਸਰਾ ਸਾਲ ਸੇਵਾ ਵਿੱਚ ਬੀਤਦਾ ਜਾਂਦਾ ਹੈ, ਜਿਉਂ-ਜਿਉਂ ਪ੍ਰੇਮ ਵੱਧਦਾ ਜਾਂਦਾ ਹੈ, ਭਾਵਨਾ ਵੱਧਦੀ ਜਾਂਦੀ ਹੈ, ਗੁਰੂ ਦੀ ਸੇਵਾ ਦਰ ਤੇ ਪ੍ਰਵਾਨ ਹੁੰਦੀ ਹੈ, ਤਿਵੇਂ ਤਿਵੇਂ ਗੁਰੂ ਜੀ ਬਖਸ਼ਿਸ਼ਾਂ ਨਿਵਾਜਦੇ ਨੇ। ਆਪ ਜੀ ਅਗਲੇਰੇ ਪ੍ਰਕਰਨ ਅੰਦਰ ਸਰਵਣ ਕਰੋਗੇ। ਸਮੇਂ ਦੇ ਲਿਹਾਜ਼ ਨਾਲ ਇੱਥੇ ਹੀ ਪ੍ਰਕਰਨ ਨੂੰ ਸੰਕੋਚਦੇ ਹਾਂ। ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਇਤਿਹਾਸ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰਨੀ ਗੁਰੂ ਪਾਤਸ਼ਾਹ ਗੁਰੂ की संगत बख्शन जोग है। भुला ना चितारनिया शेष बख्शनी सतगुरु पातशाह के लिए सुमत प्रदान करन। वाहे गुरु वाहे गुरु वाहे गुरु वाहे गुरु ਵਾਹਿ ਗੁਰੂ ਵਾਹਿ ਗੁਰੂ वाहे गुरु वाहे गुरु वाहे गुरु वाहे गुरु ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ वाहे गुरु वाहे गुरु वाहे गुरु वाहे गुरु ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ वाहे गुरु वाहे गुरु वाहे गुरु वाहे गुरु ਵਾਹਿ ਗੁਰੂ 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 हे अच्युत हे पार ब्रह्मा ਨਾਸੀ ਅਗਨਾਸ हे पूरण हे सर्वमय ਪੰਜਨ ਮੁਣਤਾ हे संग हे निरंकार ਏ ਨਿਰਗੁਣ ਸਭ ਟੇਕ हे गोविंद हे गुण निधान ਕੇ ਸਦਾ ਬਵੇਦ हे अपरंपर हर हरे ਪੀਓ ਅਨਹਾਰ हे संत का सदा संग ਧਾਰਾ ਆਧਾਰ हे ठाकुर हम दास रो ਹੈ ਨਿਰਗੁਣ ਗੁਣ ਨਹੀਂ ਕੋਈ नानक दूजा नाम दान ਰਾਖੋਈ ਐ ਪਰੋਈ आए प्रभु शरणागति ਕਿਰਪਾ ਨਿਧ ਦਿਆਲ एक अखर हर मन बसते ਨਾਨਕ ਹੋਤੇ ਨਿਆਲ वाहिगुरु नाम जहाज है ਹਰੇ ਸੂਤਰੇ ਪਾਰ जो शरदा कर सेवा दे ਗੁਰ ਪਾਰੇ ਉਤਾਰ ਨਿਆਰ वाहिगुरु नाम जहाज है ਹਰੇ ਸੂਤਰੇ ਪਾਰ जो शरदा कर सेवा दे ਗੁਰ ਪਾਰੇ ਉਤਾਰ ਨਿਆਰ वाहिगुरु जी का खालसा
ਵਾਹਿਗੁਰੂ ਜੀ ਕੀ ਫਤਿਹ।